ਵਾਹਿਗੁਰੂ ਸਾਹਿਬ ਜੀਓ। ਦੋਹਰਾ। ਅਮਰਦਾਸ ਸ੍ਰੀ ਗੁਰ ਸੁਖਦਾ ਸਤ ਸਰੂਪ ਅਨੂਪ। ਸਿੱਖਣ ਕੇ ਮਨ ਗਿਆਨ ਦਾ ਗਤ ਉਦਾਰ ਵੱਡ ਭੂਪ। ਅਮਰਦਾਸ ਸ੍ਰੀ ਗੁਰ ਸੁਖਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਪਵਿੱਤਰ ਪ੍ਰਸੰਗ ਆਪ ਸ਼ਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਦੇ ਵਿੱਚ 15 ਅਧਿਆਏ ਸੰਪੂਰਨ ਹੋ ਚੁੱਕੇ ਹਨ ਅਤੇ 16ਵਾਂ ਅਧਿਆਏ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਵਾਰਧ ਅਧਿਆਏ 16। ਪੂਰਵਾਰਧ ਦਾ ਮਤਲਬ ਹੁੰਦਾ ਪਹਿਲਾ ਅੱਧ। ਇਸ ਪ੍ਰਕਾਰ ਉਤਰਾਰਧ ਬਾਕੀ ਦਾ ਹਿੱਸਾ ਬਾਅਦ ਵਿੱਚ ਅੱਧਾ। ਪਹਿਲਾਂ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦਾ ਮੰਗਲ ਕਵੀ ਸੰਤੋਖ ਸਿੰਘ ਜੀ ਕਰਦੇ ਨੇ। ਮੰਗਲ ਹੁੰਦਾ ਵੀ ਪਹਿਲਾਂ ਗੁਰਾਂ ਦੀ ਮਹਿਮਾ ਕਰਕੇ ਜਿਵੇਂ ਆਪਾਂ ਆਸ਼ੀਰਵਾਦ ਲੈਂਦੇ ਹਾਂ, ਸੋ ਇਸ ਤਰ੍ਹਾਂ ਆਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਕਵੀ ਜੀ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ ਆਪਣੇ ਤੇ। ਸੋ ਇਹ ਨਵਾਂ ਸਾਲ 2007 ਪ੍ਰਾਰੰਭ ਹੋਇਆ ਹੈ। ਨਵੇਂ ਸਾਲ ਦੀ ਪਹਿਲੀ ਕਥਾ 1 ਤਰੀਕ ਨੂੰ ਅੱਜ ਸ਼ਰਵਣ ਕਰ ਰਹੇ ਹਾਂ। ਆਉਣ ਵਾਲੇ 2-3 ਦਿਨ ਦੇ ਵਿੱਚ ਇਹ ਕਥਾ 30 ਘੰਟੇ ਦੀ ਜਦੋਂ ਪੂਰੀ ਹੋ ਗਈ ਤਾਂ ਇਹਦੀ ਪਹਿਲੀ ਸੀਡੀ ਆਪਾਂ ਫਿਰ ਗੁਰਪੁਰਬ ਤੇ 7 ਤਰੀਕ ਨੂੰ ਰਿਲੀਜ਼ ਕਰਾਂਗੇ। ਔਰ ਪਹਿਲੀ ਸੀਡੀ 1 ਤੋਂ 13 ਅੰਗ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਗਤਾਂ ਤੱਕ ਪਹੁੰਚੀ ਹੈ। ਸੋ ਇਸੇ ਪ੍ਰਕਾਰ ਇੰਟਰਨੈਟ ਤੋਂ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ। ਪਹਿਲੀਆਂ 12 ਸੀਡੀਆਂ ਵੀ ਇੰਟਰਨੈਟ ਦੇ ਉੱਤੇ ਪੈ ਜਾਣਗੀਆਂ ਇਸੇ ਵੈਬਸਾਈਟ ਤੇ। ਹੁਣ ਕੋਈ ਵੀ ਕਿਤੇ ਵੀ ਉਹਨਾਂ ਨੂੰ ਵੀ ਡਾਊਨਲੋਡ ਕਰ ਸਕਦਾ। ਸੋ ਇਸ ਪ੍ਰਕਾਰ ਸਭ ਤੋਂ ਵੱਡਾ ਇਸ ਸਾਲ ਦਾ ਗਿਫਟ ਜੋ ਗੁਰਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤਾ, ਲੜੀਵਾਰ ਕਥਾ, ਲੜੀਵਾਰ ਇਤਿਹਾਸ ਦੀ ਕਥਾ। ਇਹ ਮਹਾਰਾਜ ਨੇ ਸਾਨੂੰ ਬਹੁਤ ਵਧੀਆ ਦਾਤਾਂ ਬਖਸ਼ਿਸ਼ ਕੀਤੀਆਂ ਨੇ। ਆਓ ਅੱਗੇ ਹੁਣ ਗੁਰੂ ਅਮਰਦਾਸ ਮਹਾਰਾਜ ਦਾ ਜੋ ਬਖਸ਼ਿਸ਼ ਹੋਵੇਗਾ, ਪਹਿਲਾ ਮੰਗਲ, ਫਿਰ ਇਸੇ ਪ੍ਰਕਾਰ ਅੱਗੇ ਕਥਾ ਪ੍ਰਾਰੰਭ ਹੋਵੇਗੀ। ਮਨ ਦੀ ਵਿਚਾਰ ਇਸ ਤਰ੍ਹਾਂ ਵੀ ਹੈ, ਇਹ ਹੈ ਦੁਨੀਆ ਦੇ ਨਾਲ ਚੱਲਣਾ, ਨਵਾਂ ਸਾਲ ਮਨਾਉਣਾ, ਭਾਵ ਪੂਰੇ ਵਰਲਡ ਦੇ ਵਿੱਚ, ਹਰ ਦੇਸ਼ ਵਿੱਚ, ਹਰ ਕੌਮ ਵਿੱਚ, ਹਰ ਧਰਮ ਵਿੱਚ ਸਾਰੀ ਮਨੁੱਖਤਾ ਨੇ ਮਨਾਇਆ। ਇੱਕ ਹੈ ਆਪਣਾ ਖਾਲਸੇ ਦਾ, ਜੋ ਵਿਸਾਖੀ ਵਾਲੇ ਦਿਨ ਖਾਲਸੇ ਦਾ ਜਨਮ ਹੋਇਆ। ਆਪਣਾ ਨਵਾਂ ਸਾਲ ਵਿਸਾਖੀ ਵਾਲੇ ਦਿਨ ਪ੍ਰਾਰੰਭ ਹੁੰਦਾ। 12 ਮਾਹ ਦੇ ਮੁਤਾਬਕ ਵੈਸੇ ਚੇਤ ਦੀ ਸੰਗਰਾਂਦ ਤੋਂ ਪ੍ਰਾਰੰਭ ਹੁੰਦਾ, ਪਰ ਖਾਲਸਾ ਸੰਮਤ ਜਦੋਂ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਇਹ ਵੀ ਮਨਾਉਣਾ। ਕਹਿੰਦੇ ਨੇ ਸੰਸਾਰ ਦੇ ਨਾਲ ਵੀ ਚੱਲਣਾ ਅਤੇ ਉਹ ਦਿਨ ਵੀ ਮਨਾਉਣਾ। ਵਿਸਾਖੀ ਵਾਲੇ ਦਿਨ ਸਤਿਗੁਰੂ ਕਿਰਪਾ ਕਰਨ। ਆਓ ਪਿਆਰ ਨਾਲ ਕਥਾ ਸ਼ਰਵਣ ਕਰੀਏ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ। ਦੋਹਰਾ। ਅਮਰਦਾਸ ਸ੍ਰੀ ਗੁਰ ਸੁਖਦ ਸਤ ਸਰੂਪ ਅਨੂਪ। ਕਵੀ ਜੀ ਉਪਮਾ ਕਰਦਿਆਂ ਹੋਇਆਂ ਪਹਿਲਾਂ ਗੁਰੂ ਅੰਗਦ ਦੇਵ ਜੀ ਦਾ ਮੰਗਲ ਆਇਆ ਸੀ ਪਿਛਲੇ ਪ੍ਰਸੰਗ ਵਿੱਚ।
ਹੁਣ ਫਰਮਾਉਂਦੇ ਨੇ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਉਪਮਾ ਜੋ ਹੈ ਨਾ, ਉਹ ਪਰੇ ਤੋਂ ਪਰੇ ਹੈ। ਅਮਰਦਾਸ ਸ੍ਰੀ ਗੁਰ ਸੁਖਦ, ਇਦਾਂ ਦੇ ਅੱਖਰਾਂ ਦੀ ਪਹਿਚਾਣ ਰੱਖਣੀ ਚਾਹੀਦੀ ਆ। ਸਿੱਧ ਦਾ, ਬੁੱਧ ਦਾ, ਜਿੱਥੇ ਜਾਪ ਸਾਹਿਬ ਚ ਆਉਂਦਾ, ਦਾ ਮਤਲਬ ਹੁੰਦਾ ਦੇਣਾ, ਸਿੱਧੀਆਂ ਦੇ ਦੇਣ ਵਾਲਾ, ਬੁੱਧੀਆਂ ਦੇ ਦੇਣ ਵਾਲਾ, ਸੁਖਦ, ਸੁਖ ਦੇ ਦੇਣ ਵਾਲਾ। ਸੋ ਜਿਵੇਂ ਕੋਈ ਪ੍ਰੇਮੀ ਪੁੱਛਦਾ ਸੀ ਵੀ ਹੁਣ ਤੁਸੀਂ ਅੱਗੇ ਵੀ ਕਥਾਵਾਚਕ ਤਿਆਰ ਕਰਨੇ ਕੋਈ, ਮੈਂ ਹੁਣ ਕਥਾਵਾਚਕ ਆਪਾਂ ਸਾਰੀ ਸੰਗਤ ਨੂੰ ਹੀ ਬਣਾ ਲੈਣਾ, ਸਾਰਿਆਂ ਨੂੰ ਹੀ ਸਭ ਕੁਝ ਦੱਸ ਦਿਆ ਕਰਨਾ ਵੀ ਇਸ ਤਰ੍ਹਾਂ ਤੁਸੀਂ ਆਪ ਹੀ ਵਿਚਾਰ ਕਰ ਲਿਆ ਕਰੋ, ਤੁਸੀਂ ਗਾਂ ਆਪਣੇ ਬੱਚਿਆਂ ਨੂੰ ਦੱਸਿਆ ਕਰੋ। ਸੁਖਦ ਦਾ ਅਰਥ ਸਤ ਸਰੂਪ ਅਨੂਪ, ਜੋ ਸਤ ਸਰੂਪ ਹੈ ਤਿੰਨਾਂ ਕਾਲਾਂ ਵਿੱਚ, ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ, ਜਿਨ੍ਹਾਂ ਦਾ ਸਰੂਪ ਸਤ ਹੈ। ਪਰਮਾਤਮਾ ਦਾ ਸਰੂਪ ਸਤ ਹੈ ਤੇ ਗੁਰਾਂ ਦਾ ਆਪ ਸਤ ਕੀਆ ਸਭ ਸਤ। ਇਸ ਕਰਕੇ ਅਨੂਪ ਹੁੰਦਾ ਉਪਮਾ ਤੋਂ ਰਹਿਤ। ਸਤ ਸਰੂਪ ਦਾ ਮਤਲਬ ਜੋ ਕਦੇ ਨਾਸ ਨਾ ਹੋਵੇ। ਦੁਨੀਆ ਦੀ ਹਰ ਚੀਜ਼ ਨਾਸ ਹੋ ਜਾਂਦੀ ਹੈ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਦੀਵ ਕਾਲ ਰਹਿਣ ਵਾਲੇ ਨੇ। ਸਿੱਖਣ ਕੇ ਮਨ ਗਿਆਨ ਦਾ, ਗਤ ਉਦਾਰ ਵੱਡ ਭੂਪ। ਸਿੱਖਾਂ ਦੇ ਮਨ ਨੂੰ ਗਿਆਨ ਦੇ ਦਾਤੇ ਨੇ, ਲੋੜਵੰਦਾਂ ਦੁਖੀਆਂ ਨੂੰ ਮਨ ਬਾਂਛਤ ਸੁੱਖਾਂ ਦੇ ਦਾਤੇ ਨੇ, ਕਿਉਂਕਿ ਉਹਨਾਂ ਦਾ ਵਰਤਾਓ ਹੀ ਵੱਡੇ ਰਾਜਿਆਂ ਵਾਂਗੂ, ਗਤ ਉਦਾਰ ਵੱਡ ਭੂਪ, ਵੱਡੇ ਰਾਜਿਆਂ ਵਾਂਗੂ ਗੁਰੂ ਸਾਹਿਬ ਦਾ ਵਰਤਾਓ ਹੁੰਦਾ ਹੈ। ਸਿੱਖਣ ਕੇ ਮਨ ਗਿਆਨ ਦਾ, ਗਤ ਉਦਾਰ ਵੱਡ ਭੂਪ। ਸਿੱਖਾਂ ਦੇ ਮਨ ਨੂੰ ਗਿਆਨ ਦੇ ਦੇਣ ਵਾਲੇ, ਖੁੱਲੇ ਦਿਲ ਵਾਲੇ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਸ੍ਰੀ ਬਾਲਾ ਸੰਦਰ ਬਾਚ, ਭੁਜੰਗ ਪ੍ਰਿਆਤ ਛੰਦ, ਸੁਤਾ ਨਾਨਕੀ ਜੋ ਹੋਤੀ ਧਾਮ ਕਾਲੂ। ਬੇਬੇ ਨਾਨਕੀ ਜੀ ਜੋ ਬਾਬਾ ਕਲਿਆਣ ਚੰਦ ਦੇ ਘਰ ਵਿਖੇ ਉਹਨਾਂ ਦੀ ਪੁੱਤਰੀ ਸੀ। ਗੁਣੰ ਖਾਨ ਮਾਨੋ ਸਰੂਪੰ ਵਿਸਾਲੂ। ਬਹੁਤ ਜ਼ਿਆਦਾ ਗੁਣਾਂ ਦੀ ਖਾਨ, ਸੁੰਦਰ ਸਰੂਪ ਜਿਨ੍ਹਾਂ ਦਾ। ਸੁਤਾ ਕੇ ਸਮਾਨ ਲਖਿਓ ਤਾਹੇ ਰਾਈ। ਸੋ ਆਪਣੀ ਪੁੱਤਰੀ ਨੂੰ ਰਾਏ ਬਲਾਰ ਜੀ ਨੇ ਭਾਵ ਜਿਵੇਂ ਆਪਣੀ ਪੁੱਤਰੀ ਸਮਝਦੇ ਸੀ, ਬੇਬੇ ਨਾਨਕੀ ਜੀ ਨੂੰ ਇਸ ਪ੍ਰਕਾਰ ਜਾਣਿਆ ਹੈ। ਭਲੇ ਥਾਨ ਕੀਨੀ ਸੁਤਾ ਕੀ ਸਗਾਈ। ਬੜੇ ਚੰਗੇ ਥਾਨ ਲੱਭ ਕੇ ਅੱਛਾ ਵਰ ਜੋ ਉਹਨਾਂ ਦੀ ਮੰਗਣੀ ਕੀਤੀ ਹੈ। ਤੋਟਕ ਛੰਦ ਸੁਲਤਾਨਪੁਰੇ ਜੈ ਰਾਮ ਹੁਤੋ। ਸੁਲਤਾਨਪੁਰ ਸਾਹਿਬ ਦੇ ਵਿੱਚ ਬੇਬੇ ਨਾਨਕੀ ਜੀ ਦੇ ਪਤੀ ਜੀ ਭਾਈਆ ਜੈ ਰਾਮ ਜੀ, ਜਿਨ੍ਹਾਂ ਦਾ ਨਾਮ ਜੈ ਰਾਮ ਜੀ ਕਰਕੇ, ਵੈਸੇ ਭਾਈਆ ਸਤਿਕਾਰ ਨਾਲ, ਵੱਡਾ ਜਾਂ ਜੀਜਾ, ਇਸ ਤਰ੍ਹਾਂ ਉਹ ਸਾਰਿਆਂ ਵਾਸਤੇ ਹੀ ਭਾਈਆ ਜੈ ਰਾਮ ਜੀ ਬੜੇ ਚੰਗੇ ਸਨ, ਬਹੁਤ ਗੁਰਮੁਖ, ਬੜੀ ਉੱਚੀ ਰੂਹ ਸੰਸਾਰ ਦੇ ਉੱਤੇ। ਮਾੜਾ ਮੋਟਾ ਤਾਂ ਬੇਬੇ ਨਾਨਕੀ ਦਾ ਪਤੀ ਨਹੀਂ ਹੋ ਸਕਦਾ, ਕਈ ਯੁੱਗਾਂ ਦੀ ਕਮਾਈ ਹੋਵੇ ਤਾਂ ਇਸ ਘਰ ਦੇ ਵਿੱਚ ਕੋਈ ਆ ਸਕਦਾ ਹੈ। ਵਰ ਬਾਹਜ ਬੰਸ ਬਿਸੁੱਧ ਮਤੋ। ਸੋ ਇਸ ਕਰਕੇ ਇਸ ਚੀਜ਼ ਬਾਰੇ ਵਿਚਾਰ ਕਰੀਏ ਕਿ ਚੰਗੀ ਕੁਲ ਦਾ ਖੱਤਰੀ ਤੇ ਉੱਜਲ ਬੁੱਧੀ ਵਾਲਾ, ਇਸ ਤਰੀਕੇ ਨਾਲ ਬਹੁਤ ਸੁੰਦਰ ਸਰੂਪ ਵਾਲੇ। ਸਨ ਬੰਧ ਭਇਓ ਤੇ ਸੰਗ ਪਲੰ। ਬਹੁਤ ਸੁੰਦਰ ਸੰਬੰਧ ਹੋਇਆ ਅਕਾਲ ਪੁਰਖ ਦਾ ਧੁਰੋਂ ਹੀ, ਜਿਸ ਪ੍ਰਕਾਰ ਹੁਕਮ ਸੀ। ਇੱਕ ਸਾਰ ਮਿਲੇ ਬਰਨਾਰ ਕਲੰ। ਸੋ ਇੱਕ ਸਾਰ ਮਿਲੇ ਨੇ ਆਪਸ ਦੇ ਵਿੱਚ, ਵਰ ਤੇ ਕੰਨਿਆ, ਬਹੁਤ ਸੁੰਦਰ ਦੋਨਾਂ ਦੇ ਸਰੂਪ। ਸੋ ਦੇਖਣ ਦੇ ਵਿੱਚ ਪਤਾ ਲੱਗਦਾ ਸੀ ਕਿ ਕੋਈ ਅਗੰਮੀ ਰੂਹਾਂ ਸੰਸਾਰ ਦੇ ਉੱਤੇ ਆਈਆਂ ਹੋਈਆਂ ਹਨ। ਸਜ ਸਾਜ ਬਰਾਤ ਭਲੀ ਸਾਗਰੀ। ਬਹੁਤ ਸੁੰਦਰ ਬਰਾਤ ਸਜੀ। ਰਾਏ ਬਲਾਰ ਜੀ ਨੇ ਰਿਸ਼ਤਾ ਕਰਾਇਆ ਸੀ। ਇਹ ਯਾਦ ਰੱਖੀ ਦੀਆਂ ਗੱਲਾਂ। ਕੋਈ ਪੁੱਛੇ ਬੇਬੇ ਨਾਨਕੀ ਦਾ ਰਿਸ਼ਤਾ ਕਿਹਨੇ ਕਰਾਇਆ ਸੀ, ਉਹਨਾਂ ਦੇ ਪਤੀ ਦਾ ਨਾਮ ਕੀ ਸੀ? ਭਾਈਆ ਜੈ ਰਾਮ, ਸੁਲਤਾਨਪੁਰ ਵਿਖੇ। ਕਿਉਂਕਿ ਉਹ ਬਣਤਰ ਬਣਨੀ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਸਾਹਿਬ ਜਾਣਾ ਹੈ,
ਇਸ ਤਰ੍ਹਾਂ ਬੜਾ ਸੁੰਦਰ ਵਿਆਹ ਹੋਇਆ। ਕੀਏ ਆਨ ਟਿਕਾਉ ਸੋਸੋ ਨਗਰੀ। ਇਸ ਕਰਕੇ ਬੜੇ ਸੁੰਦਰ ਨਗਰ ਦੇ ਵਿੱਚ ਸਹੁਰੇ ਘਰ ਦੇ ਵਿੱਚ ਆ ਕੇ ਧੰਨ ਬੇਬੇ ਨਾਨਕੀ ਭਗਤੀ ਦਾ ਅਵਤਾਰ, ਪਹਿਲਾ ਸਿੱਖ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਪਹਿਲੀ ਸ਼ਰਧਾਵਾਨ, 5 ਸਾਲ ਬੇਬੇ ਵੱਡੀ, ਵੀਰ ਨੂੰ ਪਾਲਣ ਵਾਲੀ। ਇਹ ਸੰਗ ਮਤੰਗ ਤੁਰੰਗਨ ਕੇ। ਇਸ ਤਰੀਕੇ ਨਾਲ ਕਹਿੰਦੇ ਨੇ ਬਹੁਤ ਸੁੰਦਰ ਸੋਹਣੇ ਸੋਹਣੇ ਉਸ ਵਕਤ ਘੋੜੇ ਅਤੇ ਹਾਥੀ ਲੈ ਕਰਕੇ, ਕਿਉਂਕਿ ਸਰਕਾਰੀ ਨੌਕਰੀ ਕਰਦੇ ਸਨ ਉਦੋਂ ਭਾਈਆ ਜੈ ਰਾਮ ਜੀ। ਇਸ ਤਰ੍ਹਾਂ ਸੁਲਤਾਨਪੁਰ ਸਾਹਿਬ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਪਟ ਸੋਭਤ ਹੈ ਬਹੁ ਰੰਗਨ ਕੇ। ਬੜੇ ਸੁੰਦਰ ਸੁੰਦਰ ਬਸਤਰ ਸੋਭਨੀਕ ਹੁੰਦੇ ਨੇ ਸੰਸਾਰੀ ਬੰਦਿਆਂ ਲਈ। ਦੁਨਿਆਵੀ ਚੀਜ਼ਾਂ ਵਿੱਚ ਸਭ ਤੋਂ ਵੱਡਾ ਇੱਕ ਤਿਆਰ ਹੋਣ ਦਾ, ਕੱਪੜੇ ਬਣਾਉਣ ਦਾ ਸ਼ੌਂਕ, ਸਜਣ ਫਬਣ ਦਾ, ਖੁਸ਼ੀਆਂ ਦਾ ਇੱਕ ਸਮਾਂ, ਇਹ ਵਿਆਹ ਕਾਰਜਾਜਕ ਹੁੰਦੇ ਹਨ। ਵਰ ਭੂਖਨ ਕੰਚਨ ਅੰਗ ਧਰੇ। ਬਹੁਤ ਸੁੰਦਰ ਸੋਹਣੇ ਸਾਰਿਆਂ ਨੇ ਗਹਿਣੇ ਜਿਹੜੇ ਨੇ ਅੰਗਾਂ ਦੇ ਉੱਤੇ ਪਾਏ ਹੋਏ ਨੇ। ਚਮਕਾਤ ਜਰਾਵਨ ਸੰਗ ਜਰੇ। ਜੜਾਊ ਜੜੇ ਹੋਏ ਨੇ, ਬੜੇ ਸੋਹਣੇ ਪੁਰਾਣੇ ਗਹਿਣੇ ਹੁੰਦੇ ਸੀ, ਬੜੇ ਸੁੰਦਰ। ਉਹਨਾਂ ਵਿੱਚ ਹੀਰੇ, ਲਾਲ, ਮੋਤੀ, ਪੰਨੇ ਆਦਿਕ ਜੜ ਕੇ ਸੁੰਦਰ ਬਣਾਏ ਨੇ। ਮਨ ਹੋਏ ਉਦਾਰ ਧਨੰ ਬਰਖੇ। ਮਾਨੋ ਕਹਿੰਦੇ ਉਦਾਰ ਚਿੱਤ ਹੋ ਕੇ ਧਨ ਦੀ ਵਰਖਾ ਹੋਈ। ਲక్ష్ਮੀ ਨੇ ਆਪ ਵਰਖਾ ਕੀਤੀ ਹੈ। ਸਭ ਪਾਵਹਿ ਰੰਗ ਹਿਰਦੇ ਹਰਖੇ। ਇਸ ਤਰੀਕੇ ਨਾਲ ਕਹਿੰਦੇ ਨੇ ਵਰਖਾ ਧਨ ਦੀ ਗਰੀਬਾਂ ਨੂੰ ਵੀ ਕੀਤੀ। ਪਹਿਲਾਂ ਲੋਕਾਂ ਕੋਲ ਧਨ ਨਹੀਂ ਸੀ ਹੁੰਦਾ। ਇਸ ਤਰ੍ਹਾਂ ਵਿਆਹ ਸ਼ਾਦੀਆਂ ਤੇ ਅਮੀਰ ਬੰਦੇ ਗਰੀਬਾਂ ਨੂੰ ਧਨ ਦਿੰਦੇ ਸਨ। ਕਬਿਤ ਬਾਜਤ ਨਗਾਰੇ ਬਹੁ ਬੇਦਿਆਨ ਅਖਾਰੇ। ਹੋਤ ਕੌਤਕ ਨਿਹਾਰੇ ਮਨ ਰਹਿ ਹੈ ਲੁਭਾਏ ਕੈ। ਮਨ ਬੜਾ ਹੀ ਲੁਭਾਏਮਾਨ ਹੋ ਰਿਹਾ ਬਈ ਕਿਹਦੇ ਘਰੇ ਵੱਜ ਰਹੇ ਨਗਾਰੇ। ਅੱਜ ਖੁਸ਼ੀਆਂ ਦੇ ਬਾਜੇ ਵੱਜ ਰਹੇ ਨੇ। ਕਹਿੰਦੇ ਬਈ ਬੇਦੀਆਂ ਦੇ ਘਰੇ ਵੱਜ ਰਹੇ ਨੇ। ਅੱਜ ਅਜੀਬ ਅਜੀਬ ਕੌਤਕ ਦੇਖਣ ਨੂੰ ਮਿਲ ਰਹੇ ਹਨ। ਪਾਏ ਕੈ ਨਦੇਸ਼ ਕੋ ਬਰਾਤ ਨੈ ਨਵੇਸ਼ ਕੀਨੋ। ਅਥੈ ਦਨੇਸ਼ ਕੋ ਹਤਾਸਨ ਜਗਾਏ ਕੈ। ਨਿਰਦੇਸ਼ ਪਾ ਕੇ ਜਦੋਂ ਨਿਰਦੇਸ਼ ਮਿਲਿਆ ਇਹ, ਤਾਂ ਬਰਾਤ ਨੇ ਉਸ ਵਕਤ ਨਿਵੇਸ਼ ਕੀਤਾ, ਟਿਕਾਣਾ ਕੀਤਾ। ਅਥਾਏ ਦਨੇਸ਼, ਜਦੋਂ ਦਨੇਸ਼ ਭਾਵ ਦਿਨ ਦਾ ਏਸ਼ ਰਾਜਾ ਸੂਰਜ, ਅਥਾਏ ਤੋਂ ਭਾਵ ਆਥਣ ਹੋ ਗਿਆ, ਛੁਪ ਗਿਆ। ਉਸ ਵਕਤ ਇਹ ਪੁਰਾਣੀ ਇੱਕ ਰੀਤੀ ਸੀ। ਜਦੋਂ ਫਿਰ ਦਨੇਸ਼ ਕੋ ਹੁਤਾਸਨ ਜਗਾਏ ਕੈ। ਹੁਤਾਸਨ ਹੁੰਦੀ ਅਗਨੀ, ਅਗਨੀ ਜਗ ਪਈ, ਦੀਵੇ ਜਗ ਪਏ। ਭਾਵਰ ਕਾਲਿਓ ਸਭ ਦਿਜਨ ਕੋ ਦਾਨ ਦੀਏ। ਅੰਗਨਾ ਸੁਨਾਏ ਗਾਰ ਗੀਤਨ ਕੋ ਗਾਏ ਕੈ। ਇਸ ਤਰ੍ਹਾਂ ਕਹਿੰਦੇ ਨੇ। ਫਿਰ ਉਸ ਵਕਤ ਬੇਦੀ ਆਦਿਕ ਬਾਲੀ ਅੱਗ ਨੂੰ ਕਹਿੰਦੇ ਨੇ। ਪਹਿਲੇ ਲੋਕ ਅੱਗ ਦੇ ਦੁਆਲੇ ਪਰਿਕਰਮਾ ਕਰਦੇ ਸਨ। ਇਹ ਪਿੱਛੋਂ ਹੀ ਰੀਤੀ ਚੱਲੀ ਆਉਂਦੀ ਸੀ, ਜਿਹਦੇ ਵਿੱਚ ਬਹੁਤ ਸਾਰੇ ਬ੍ਰਾਹਮਣ ਆਦਿਕ ਨੂੰ, ਉਹਨਾਂ ਨੂੰ ਭੋਜਨ ਆਦਿਕ ਦੇਣਾ, ਹੋਰ ਬੁਲਾ ਕਰਕੇ ਕੱਪੜਾ ਲੀੜਾ, ਜਿਸ ਤਰ੍ਹਾਂ ਵਿਆਹ ਦਾ ਇੱਕ ਮਾਹੌਲ ਕਵੀ ਜੀ ਨੇ ਬਣਾਇਆ ਕਿ ਇਸ ਤਰ੍ਹਾਂ ਬਹੁਤ ਸਾਰਾ ਪਿੰਡ ਢੁਕਿਆ। ਕਿਉਂਕਿ ਵਿਆਹ ਹੈ ਪਟਵਾਰੀ ਦੀ ਪੁੱਤਰੀ ਦਾ। ਉਹਦੇ ਵਿੱਚ ਨੇ ਰਾਏ ਬੁਲਾਰ ਜੀ, ਉਹ ਰਾਜਾ ਹੈ। ਦੂਜੇ ਪੱਖ ਤੋਂ ਸੁਲਤਾਨਪੁਰ ਸਾਹਿਬ ਤੋਂ ਵੀ ਕੋਈ ਘੱਟ ਨਹੀਂ ਆਇਆ। ਭਾਈਆ ਜੈ ਰਾਮ ਜੀ, ਉਹਨਾਂ ਨਾਲ ਸਰਕਾਰੀ ਅਹਿਲਕਾਰ ਸਾਰੇ ਚੱਲ ਕਰਕੇ ਨਵਾਬ ਦੌਲਤ ਖਾਂ ਆਦਿਕ ਦੇ ਬੰਦੇ, ਫਿਰ ਉਹਨਾਂ ਦੀ ਵੀ ਰਿਸ਼ਤੇਦਾਰੀ ਚਾਰੇ ਪਾਸੇ ਬਹੁਤ ਤਕੜੀ ਸੀ। ਇੱਧਰ ਬੇਦੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ 20 ਪਿੰਡ ਸਨ ਇਹਨਾਂ ਦੇ। ਸਾਰਾ ਪਿੰਡ ਗਹਿਮਾ ਗਹਿਮ ਹੋ ਰਿਹਾ ਸੀ। ਦੋ ਕੋਲ ਰੀਤ ਕੀਨ ਦਾਇਜ ਬਹੁਤ ਦੀਨ। ਵੱਡੋ ਜਸ ਲੀਨ ਸਭ ਰਹੇ ਹਰ ਖਾਇ ਕੈ। ਹੁਣ ਦੋਨਾਂ ਕੁਲਾਂ ਨੇ ਆਪਣੀ ਆਪਣੀ ਰੀਤੀ ਕੀਤੀ ਹੈ। ਜਿਵੇਂ ਜਿਵੇਂ ਪੁਰਾਣੇ ਲੋਕ ਕਰਦੇ ਸੀ ਰੀਤੀ, ਜਿਵੇਂ ਚੱਲੀ ਆਉਂਦੀ ਸੀ। ਇਸ ਕਰਕੇ ਦੋਨਾਂ ਨੇ ਬਹੁਤ ਰੀਤੀ ਕੀਤੀ। ਬੜਾ ਇੱਧਰ ਉੱਧਰ ਦੇਣ ਲੈਣ ਹੋਇਆ ਆਪਸ ਵਿੱਚ। ਕਿਨੋ ਉਪਵਾਹ ਅਬਰਾਮ ਜੋ ਜਰਾਮ ਪੁਨ। ਗਇਓ ਨਿਜ ਧਾਮ ਪਨ ਆਨੰਦ ਬੁਢਾਈ ਕੈ। ਬਹੁਤ ਹੀ ਸੁੰਦਰ ਸ਼ਾਦੀ ਹੋਈ। ਭਾਈਆ ਜੈ ਰਾਮ ਜੀ ਬੇਬੇ ਨਾਨਕੀ ਜੀ ਨੂੰ ਲੈ ਕਰਕੇ ਆਪਣੇ ਘਰ ਸ੍ਰੀ ਸੁਲਤਾਨਪੁਰ ਸਾਹਿਬ
ਬਹੁਤ ਆਨੰਦ ਦੇ ਸਹਿਤ ਪਹੁੰਚੇ ਹਨ। ਬਾਸਰ ਬਤੀਤੇ ਕੁਛ ਨਾਨਕ ਸੋ ਕਾਲੂ ਕਹੈ ਭਗਨੀ ਕੋ ਆਨ ਸੁਲਤਾਨਪੁਰ ਜਾਇ ਕੈ। ਹੁਣ ਕੁਝ ਦਿਨ ਜਦੋਂ ਬਤੀਤ ਹੋਏ, ਬਾਬਾ ਕਲਿਆਣ ਚੰਦ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਚਨ ਕੀਤਾ, ਪੁੱਤਰ ਜੀ ਤੁਸੀਂ ਹੁਣ ਇਉਂ ਕਰੋ, ਜਾਓ ਰਥ ਵਿੱਚ ਜਾਓ, ਭੈਣ ਜੀ ਨੂੰ ਲੈ ਕੇ ਆਓ ਸੁਲਤਾਨਪੁਰ ਸਾਹਿਬ। ਦੇਖੋ ਬਈ ਸ੍ਰੀ ਨਨਕਾਣਾ ਸਾਹਿਬ ਕਿੰਨੀ ਦੂਰ ਹੈ ਤੇ ਸੁਲਤਾਨਪੁਰ ਸਾਹਿਬ ਆਉਣਾ ਹੈ। ਕਿਉਂ ਸਿੱਧਾ ਰਸਤਾ ਉਦੋਂ ਇਹ ਸ਼ਾਹ ਮਾਰਗ ਇੱਥੋਂ ਹੀ ਜਾਂਦਾ ਸੀ, ਜਿਹੜਾ ਸ੍ਰੀ ਗੋਇੰਦਵਾਲ ਸਾਹਿਬ ਤੋਂ ਇਸ ਪ੍ਰਕਾਰ ਇਹ ਰਸਤਾ ਹੋ ਕੇ ਅੱਗੇ ਜਾਣਾ, ਸੁਲਤਾਨਪੁਰ ਸਾਹਿਬ ਇਧਰਲੇ ਪਾਸੇ ਨੂੰ ਆਉਣਾ। ਇਸ ਤਰ੍ਹਾਂ ਕਹਿੰਦੇ ਜਾਣਾ ਕਰੋ। ਮਾਨਤ ਨ ਬੈਨ ਆਨ ਕੰਪਿਆ ਨ ਤੁਸਨੀ ਪੈ ਜਾਂਖੋ ਕੇ ਪੈ ਨਾ ਨੀਚੇ ਨੈਣ ਠਹਿਰਾਏ ਕੈ। ਸੋ ਉਸ ਵਕਤ ਕਿਰਪਾ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਚੁੱਪ ਹੋ ਗਏ, ਕੋਈ ਬਚਨ ਹੀ ਨਹੀਂ ਮੰਨਦੇ। ਉਹਨਾਂ ਦੇ ਨੇਤਰ ਨੀਚੇ ਕਰ ਲਏ ਆਪਣੇ, ਔਰ ਪਿਤਾ ਜੀ ਦੇ ਬਚਨ ਦਾ ਜਵਾਬ ਨਹੀਂ ਦਿੱਤਾ। ਡਰਦੇ ਵੀ ਨਹੀਂ ਨਾ ਕਿਸੇ ਤੋਂ, ਕਿਉਂਕਿ ਪਰਮੇਸ਼ਰ ਆਪ ਹਨ। ਰਾਏ ਕੇ ਨਿਕਟ ਜਾਏ ਸਭ ਹੀ ਸੁਨਾਏ ਬਿਦ ਭਗਨੀ ਨ ਆਨਤ ਹੈ ਰਹਿਓ ਸਮਝਾਏ ਕੈ। ਹੁਣ ਬਾਬਾ ਕਲਿਆਣ ਚੰਦ ਜੀ ਨੂੰ ਝਿੜਕਾਂ ਪਈਆਂ ਸੀ ਰਾਏ ਬਲਾਰ ਤੋਂ, ਇਸ ਕਰਕੇ ਉਹ ਹੁਣ ਗੁਰੂ ਨਾਨਕ ਦੇਵ ਜੀ ਨੂੰ ਝਿੜਕਦੇ ਤਾਂ ਹੈ ਨਹੀਂ ਵੀ ਤੁਸੀਂ ਮੰਨਦੇ ਨਹੀਂ, ਜਾਂਦੇ ਨਹੀਂ। ਉਹ ਕੀ ਕਰਦੇ ਨੇ, ਉਹ ਵੀ ਰਾਏ ਬਲਾਰ ਫੇਰ ਮੈਨੂੰ ਝਿੜਕੂਗਾ। ਹੁਣ ਉਹ ਰਾਏ ਬਲਾਰ ਕੋਲ ਹੀ ਚਲੇ ਗਏ ਵਾਪਸ। ਉਹ ਦੇਖੋ ਜੀ, ਉਹ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਪੁੱਤਰ ਜੀ ਨੂੰ, ਗੁਰੂ ਨਾਨਕ ਦੇਵ ਜੀ ਨੂੰ, ਤੇ ਵੀ ਭੈਣ ਜੀ ਨੂੰ ਲੈ ਕੇ ਆਉਣਾ ਸੁਲਤਾਨਪੁਰ ਸਾਹਿਬ ਤੋਂ। ਉਹ ਮੇਰੀ ਗੱਲ ਨਹੀਂ ਸੁਣਦੇ ਹਨ। ਰਾਏ ਭੇਜੋ ਦਾਸ ਕੋ ਬਲਾਏ ਸੁਖ ਰਾਸ ਰੂਪ ਸਾਦਰ ਬਸਾਏ ਪਾਸ ਪ੍ਰੇਮ ਕੇ ਪ੍ਰਕਾਸ਼ ਸੋ। ਇਸ ਤਰ੍ਹਾਂ ਕਹਿੰਦੇ ਰਾਏ ਭੇਜਿਓ ਦਾਸ ਕੋ। ਰਾਏ ਨੇ ਦਾਸ ਨੂੰ ਭੇਜਿਆ ਸੇਵਾਦਾਰ ਨੂੰ, ਕਹਿੰਦਾ ਇਉਂ ਕਰੀ, ਐਨ ਪਹਿਲਾਂ ਜਾ ਕੇ ਹੱਥ ਜੋੜੀ, ਸਤਿਕਾਰ ਨਾਲ ਸਿਰ ਨਵਾਈ ਮੇਰੇ ਵੱਲੋਂ, ਤੇ ਬੇਨਤੀ ਕਰੀ ਕਿ ਜੀ ਬੇਨਤੀ ਹੈ, ਪਹਿਲਾਂ ਪਿਆਰ ਪ੍ਰਗਟ ਕਰੀ ਮੇਰਾ, ਫਿਰ ਪਿਆਰ ਨਾਲ ਬੇਨਤੀ ਕਰੀ ਕਿ ਆਪ ਜੀ ਨੂੰ ਰਾਏ ਜੀ ਨੇ ਯਾਦ ਕੀਤਾ ਹੈ, ਆਪ ਕਿਰਪਾ ਕਰਕੇ ਦਰਸ਼ਨ ਬਖਸ਼ੋ ਜੀ। ਮਾਥੇ ਪਰ ਹਾਥ ਫੇਰ ਗਾਥਾ ਹਿਤ ਸਾਥ ਕਹੈ ਏਕ ਵਾਰ ਜੋਐ ਸੋਸਾ ਆਨੀਏ ਅਵਾਸ ਸੋ। ਇਸ ਤਰ੍ਹਾਂ ਜਦੋਂ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਪ੍ਰਵਾਨ ਕਰਕੇ ਬੇਨਤੀ ਪਹੁੰਚੇ ਨੇ, ਸੋ ਮੱਥੇ ਉੱਤੇ ਹੱਥ ਫੇਰਿਆ ਬੜੇ ਪਿਆਰ ਨਾਲ। ਫਿਰ ਇਸ ਤਰ੍ਹਾਂ ਗਾਥਾ ਕਹੀ ਸਾਰੀ, ਇੱਕ ਵਾਰ ਜਾਓ ਜ਼ਰੂਰ, ਭੈਣ ਜੀ ਨੂੰ ਤੁਸੀਂ ਆਪ ਲੈ ਕੇ ਆਓ, ਸਾਡੀ ਬੇਨਤੀ ਹੈ ਜੀ। ਦੂਜੇ ਤਾਹਾਂ ਜਾਏ ਰਹੋ ਹਿਰਦੈ ਸੁਖ ਪਾਇਓ ਕਾਲੂ ਕੀ ਕਲਾਹੇ ਮਿਟ ਜਾਏ ਅਨ ਆਸ ਹੈ ਆਸ ਸੋ। ਉਹਨਾਂ ਨੇ ਫਿਰ ਇਉਂ ਬੇਨਤੀ ਕੀਤੀ ਕੱਲਿਆਂ ਨੂੰ ਬਿਠਾ ਕੇ ਮਹਾਰਾਜ ਨੂੰ, ਦੇਖੋ ਇਉਂ ਗੱਲ ਹੈ, ਜੇ ਇੱਥੇ ਹੀ ਰਹੀ ਜਾਓਗੇ ਨਾ, ਇਹ ਕਲਿਆਣ ਚੰਦ ਤੁਹਾਨੂੰ ਦੇਖਦੇ ਖਿਝਦਾ ਰਹਿੰਦਾ ਅੰਦਰੇ ਅੰਦਰ, ਪੈਸੇ ਨਹੀਂ ਕਮਾਉਂਦਾ, ਕੰਮ ਨਹੀਂ ਕਰਦਾ। ਇਸ ਬਹਾਨੇ ਬੇਬੇ ਜੀ ਕੋਲ ਚਲੇ ਜਾਓ, ਬੇਬੇ ਮਤਲਬ ਭੈਣ, ਤਾਂ ਉੱਥੇ ਚਲੇ ਜਾਓ, ਕੁਛ ਦਿਨ ਰਹਿ ਲਿਓ, ਫਿਰ ਹੌਲੀ ਹੌਲੀ ਲੈ ਆਓਗੇ। ਹਫ਼ਤੇ 10 ਦਿਨ ਚ ਇਹਨਾਂ ਦਾ ਮੂਡ ਵੀ ਠੀਕ ਹੋ ਜਾਊਗਾ, ਨਾਲੇ ਤੁਸੀਂ ਘੁੰਮ ਫਿਰ ਆਓਗੇ ਥੋੜਾ ਜਿਹਾ। ਇਸ ਕਰਕੇ ਮੈਂ ਬੇਨਤੀ ਕਰਦਾ ਤੁਹਾਨੂੰ ਕਿ ਚੰਗੀ ਗੱਲ ਹੁੰਦੀ ਹੈ, ਪਿਆਰ ਨਾਲ ਸਮਝਾਇਆ। ਸਹਿਜ ਸੁਭਾਏ ਤਬ ਹੀਏ ਜੋ ਸੁਹਾਏ ਕਰੋ ਜਾਵਨ ਉਚਤ ਤੁਮ ਅਬੈ ਸੋਸਾ ਪਾਸ ਸੋ। ਹੁਣ ਸਹਿਜ ਸੁਭਾਏ ਤੁਹਾਡੇ ਮਨ ਨੂੰ ਜੋ ਚੰਗਾ ਲੱਗਦਾ ਹੈ ਜਾਵਣਾ ਕਰੋ, ਉਚਿਤ ਤੁਮੈ ਅਬੈ ਸੋਸਾ ਪਾਸ ਸੋ। ਮੈਂ ਇਹ ਕਹਿਣਾ ਕਿ ਦੁਨਿਆਵੀ ਤੌਰ ਤੇ ਬੇਬੇ ਨਾਨਕੀ ਜੀ ਭੈਣ ਜੀ ਕੋਲ ਤੁਹਾਨੂੰ ਨਾ ਜਾਣਾ ਬਣਦਾ। ਇਹ ਦੁਨਿਆਵੀ ਰੀਤੀਆਂ ਹੁੰਦੀਆਂ ਨੇ, ਥੋੜੀਆਂ ਬਹੁਤ ਇਹ ਬੰਦੇ ਨੂੰ ਨਿਭਾਉਣੀਆਂ ਪੈਂਦੀਆਂ ਹਨ। ਬ੍ਰਿਧ ਵੈਸ ਨਾਗਰੇਸ ਬਲਵ ਵਿਸ਼ੇਸ਼ ਲਖ ਮਾਨੇ ਜਗਤੇਸ ਬੈਨ ਭਾਨੇ ਮਾਨੇ ਆਪਣੇ। ਹੁਣ ਰਾਏ ਬਲਾਰ ਜੀ ਦੀ ਉਮਰ ਵੀ ਬਿਰਧ ਹੈ, ਰਾਜਾ ਹੈ ਇਲਾਕੇ ਦਾ, ਪਿਛਲੀ ਕਮਾਈ ਵੀ ਹੈ, ਭਗਤੀ ਵੀ ਹੈ। ਸੋ ਇਸ ਕਰਕੇ ਬਲਬ ਤੋਂ ਭਾਵ ਪਿਆਰਾ, ਵਿਸ਼ੇਸ਼ ਕਰਕੇ ਬਹੁਤਾ ਜ਼ਿਆਦਾ ਪਿਆਰਾ। ਗੁਰੂ ਨਾਨਕ ਦੇਵ ਜੀ ਪਿਆਰ ਕਰਦੇ ਰਾਏ ਬਲਾਰ ਜੀ ਨੂੰ, ਰਾਏ ਬਲਾਰ ਗੁਰੂ ਨਾਨਕ ਦੇਵ ਜੀ ਨੂੰ ਪਿਆਰਾ ਜਾਣ ਕੇ ਮਾਨੇ ਜਗਤੇਸ਼ ਬੈਨ ਭਾਨੇ ਮਾਨੇ ਆਪਣੇ।
ਉਹ ਮਨ ਦੇ ਅੰਦਰ ਜਿਹੜੀ ਨਿਮਰਤਾ ਨਾਲ ਭਗਤੀ ਭਾਵਨਾ ਵਿੱਚ ਭਿੱਜ ਕੇ ਬੇਨਤੀ ਕੀਤੀ ਨਾ, ਉਹ ਗੁਰੂ ਸਾਹਿਬ ਨੇ ਪ੍ਰਵਾਨ ਕਰ ਲਈ। ਹੁਣ ਉਹ ਰਿਸ਼ਤੇਦਾਰੀ ਵਾਲੀ ਜਾਂ ਇਹ ਕਹੋ ਵੀ ਨਵਾਬ ਦੀ ਕਾਣ ਕਰੋੜ ਮੰਨੀ ਨਾ, ਭਗਤ ਦੀ ਗੱਲ ਮੰਨੀ। ਬਈ ਮੇਰਾ ਭਗਤ ਮੈਨੂੰ ਇਉਂ ਕਹਿੰਦਾ ਕਿ ਜੀ ਜਾਣਾ ਚਾਹੀਦਾ, ਸੰਗਤ ਕਹੇ ਭਗਤ ਕਹੇ ਸਤਿਗੁਰੂ ਜੀ ਮੰਨ ਲੈਂਦੇ ਹਨ। ਬਾਲਾ ਭਨ ਅੰਗਦ ਜੀ ਕੀਜੈ ਪਾਨ ਕਥਾ ਰਸ, ਭਏ ਹੈ ਤਿਆਰ ਜਨ ਕੀਨੇ ਦੰਭ ਖਾਪਨੇ। ਭਾਈ ਬਾਲਾ ਜੀ ਇੱਧਰ ਸਾਰੀ ਕਥਾ ਸੁਣਾ ਰਹੇ ਨੇ। ਕਹਿਣ ਲੱਗੇ, ਹੈ ਗੁਰੂ ਅੰਗਦ ਦੇਵ ਮਹਾਰਾਜ, ਬਹੁਤ ਰਸਮਈ ਕਥਾ ਸੱਚੇ ਪਾਤਸ਼ਾਹ ਹੈ। ਫਿਰ ਧੰਨ ਗੁਰੂ ਨਾਨਕ ਦੇਵ ਜੀ ਦੇਖੋ ਜੀ, ਤਾਂ ਨਹੀਂ ਕਿਸੇ ਦੀ ਗੱਲ ਮੰਨਦੇ ਸੀ। ਭਏ ਹੈ ਤਿਆਰ, ਜਿਨ੍ਹਾਂ ਨੇ ਤਿਆਰ ਹੋ ਗਏ, ਜਿਹਨਾਂ ਨੇ ਦੰਭ ਕੱਟਣਾ, ਸੰਸਾਰ ਦੇ ਪਖੰਡ ਨੂੰ ਦੂਰ ਕਰਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਫਿਰ ਤਿਆਰ ਹੋ ਗਏ ਰਾਏ ਬਲਾਰ ਜੀ ਦੇ ਬੇਨਤੀ ਕਰਨ ਤੋਂ। ਮੋਸੇ ਹਿਤ ਸਦਾ ਧਰੈ ਦਾਸ ਜਾਨ ਦਇਆ ਕਰੈ, ਨਿਕਟ ਹਕਾਰ ਲੀਨ ਸਾਥ ਕੋ ਅਪਾਨ ਨੇ। ਭਾਈ ਮਰਦਾਨੇ ਨੇ ਹਲੇ ਆਉਣਾ, ਭਾਈ ਬਾਲਾ ਪਹਿਲਾਂ ਦਾ, ਭਾਈ ਮਰਦਾਨਾ ਬਾਅਦ ਚ ਆਇਆ। ਲੋਕੀ ਕਹਿੰਦੇ ਭਾਈ ਬਾਲਾ ਮਹਾਰਾਜ ਦੇ ਨਾਲ ਨਹੀਂ ਸੀ। ਇਹ ਕਥਾ ਤੁਹਾਨੂੰ ਦੱਸ ਦੂਗੀ ਕਿ ਨਾਲ ਕਿੰਨਾ ਕੁ ਸੀ। ਭਾਈ ਬਾਲਾ ਤਾਂ ਸਾਰੀ ਕਥਾ ਸੁਣਾ ਰਹੇ ਨੇ। ਤਾਂ ਉਸ ਵਕਤ ਕਹਿੰਦੇ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮੇਰੇ ਨਾਲ ਬਹੁਤ ਪਿਆਰ ਕਰਦੇ ਸੀ, ਦਾਸ ਜਾਣ ਕੇ ਮੇਰੇ ਤੇ ਬੜਾ ਦਇਆ ਕਰਦੇ ਸੀ। ਮੈਨੂੰ ਕੋਲ ਬੁਲਾ ਲਿਆ, ਸਾਥ ਕੋ ਅਪਾਪ ਨੇ, ਪਾਪ ਤੋਂ ਰਹਿਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਮੈਨੂੰ ਕੋਲ ਬੁਲਾ ਕੇ ਕਿਹਾ, ਆਇ ਕੈ ਨਿਕੇਤ ਲੀਨ ਬੇਦੀ ਕੋਲ ਕੇਤ ਨੇਗ, ਮਾਤਾ ਕਰ ਹੇਤ ਬੇਦਾ ਕੀਨ ਹਰ ਜਪਨੇ। ਮਹਾਰਾਜ ਕਹਿੰਦੇ ਭਾਈ ਬਾਲਾ, ਘਰ ਦੇ ਵੀ ਕਹਿੰਦੇ ਨੇ ਔਰ ਰਾਏ ਬਲਾਰ ਜੀ ਨੇ ਵੀ ਕਿਹਾ, ਕਿਉਂਕਿ ਇਹ ਤਾਂ ਹੁਣ ਵਿਧੀ ਬਣ ਰਹੀ ਸਾਡੀ ਸੰਸਾਰ ਦੇ ਅੰਦਰ ਪ੍ਰਚਾਰ ਕਰਨ ਦੀ। ਫਿਰ ਅਸੀਂ ਕਹਿੰਦੇ ਇਕੱਠੇ ਹੋ ਕੇ ਘਰ ਆਏ, ਔਰ ਘਰ ਪੁਰਾਣੇ ਟਾਈਮ ਦੇ ਵਿੱਚ ਹੁੰਦੀ ਨੇਗ ਹੁੰਦੀ ਜੋ ਭੈਣ ਦੇ ਘਰੇ ਦੇਣ ਦੀਆਂ ਵਸਤੂਆਂ ਹੁੰਦੀਆਂ ਸੀ, ਕੱਪੜਾ ਲੀੜਾ, ਸਾਰੇ ਰਿਸ਼ਤੇਦਾਰਾਂ ਦੇ ਕੱਪੜੇ, ਹੋਰ ਮਠਿਆਈਆਂ, ਸਮਾਨ, ਜੇ ਵੋ। ਮਾਤਾ ਨੇ ਬੜੇ ਪਿਆਰ ਨਾਲ ਤਿਆਰ ਕਰਕੇ ਸਮਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ, ਭਾਈ ਬਾਲਾ ਜੀ ਨੂੰ ਵਿਦਾ ਕੀਤਾ। ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਦੇ ਅਸੀਂ ਚਲੇ ਗਏ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸੰਗ ਸਾਥ ਕਿੰਨਾ ਸੋਹਣਾ। ਚਲੋ ਇਸ ਬਹਾਨੇ ਆਪਣੀ ਵੀ ਯਾਤਰਾ ਸ਼ੁਰੂ ਹੋ ਗਈ। ਆਪਾਂ ਵੀ ਸ੍ਰੀ ਨਨਕਾਣਾ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਦੇ ਨਾਲ ਸ੍ਰੀ ਸੁਲਤਾਨਪੁਰ ਸਾਹਿਬ ਨੂੰ ਚੱਲੀਏ। ਚੱਲੇ ਪੰਥ ਮੰਦ ਮੰਦ ਆਨੰਦ ਕੇ ਕੰਦ, ਜੋ ਸੁੰਦਰ ਮੁਕੰਦ ਪਾਦ ਨੈਣ ਅਰਬਿੰਦ ਸੇ। ਮੰਦ ਮੰਦ ਸਤਿਗੁਰੂ ਹੌਲੀ ਹੌਲੀ ਆਰਾਮ ਨਾਲ ਜਾ ਰਹੇ ਨੇ। ਇੱਕ ਮਸਤ ਚਾਲ ਹੈ ਨਾਮ ਦੀ। ਆਨੰਦ ਦੇ ਸਤਿਗੁਰੂ ਸੱਚੇ ਪਾਤਸ਼ਾਹ ਦਾਤਾ, ਬਹੁਤ ਹੀ ਸੁੰਦਰ ਮੁਕਤੀ ਦੇ ਦਾਤਾ। ਸੋ ਜਿਨ੍ਹਾਂ ਦੇ ਸੁੰਦਰ ਚਰਨ ਕਮਲ ਜਿਹੜੇ ਨੇ, ਬਹੁਤ ਹੀ ਜਿਵੇਂ ਬੜੇ ਸੁੰਦਰ ਨੇ ਚਰਨ ਕਮਲ, ਜਿਨ੍ਹਾਂ ਦੇ ਨੇਤਰ ਕਮਲ ਸੁੰਦਰ ਨੇ, ਹਸਤ ਕਮਲ ਸੁੰਦਰ ਨੇ। ਇਉਂ ਪ੍ਰਮਾਤਮਾ ਨੇ ਦੁਨੀਆ ਤੇ ਇੱਕ ਰੂਪ ਧਾਰਿਆ, ਗੁਰੂ ਨਾਨਕ ਰੂਪ ਹੋ ਕੇ ਸੰਸਾਰ ਦੇ ਕਾਰ ਵਿਹਾਰ ਕਰਦੇ ਹਨ। ਦੇਖਤ ਸਿਸਰ ਰਤ ਕਾਨਨ ਨਿਪਾਤ ਪਾਤ, ਨਗਨ ਬਿਟ ਪਪੇ ਨਰਕੀ ਅਗ ਵੰਦ ਸੇ। ਹੁਣ ਐਸੀ ਹੈ ਰੁੱਤ ਕਿ ਪਤ ਝੜੀ ਰੁੱਤ, ਦੇਖਤ ਸਿਸਰ ਰੁੱਤ, ਕਾਨਨ ਜਿਹੜੇ ਜੰਗਲ ਦੇ ਵਿੱਚ ਸੀ ਝੜੇ ਪਏ ਨੇ ਬੜੇ ਪੱਤੇ, ਔਰ ਜਿਹੜੇ ਦਰਖਤ ਨੇ ਉਹ ਬਿਲਕੁਲ ਉਹਨਾਂ ਨੇ ਜੀ ਛਿਟੀਆਂ ਜੀ ਨਿਕਲ ਆਉਂਦੀਆਂ, ਦਰਖਤਾਂ ਤੇ ਕੋਈ ਪੱਤਾ ਹੀ ਨਹੀਂ ਹੁੰਦਾ। ਔਰ ਨਰਕ ਜਾਣ ਵਾਲੇ ਪਾਪੀਆਂ ਵਾਂਗੂ ਦਰਖਤ ਖਾਲੀ ਖੜੇ ਨੇ, ਜਿਵੇਂ ਨਰਕ ਨੂੰ ਜਾਣ ਵਾਲਾ ਬੰਦਾ ਬਿਨਾਂ ਪੁੰਨਾਂ ਤੋਂ, ਬਿਨਾਂ ਭਗਤੀ ਤੋਂ, ਪਾਪਾਂ ਦਾ ਲੱਦਿਆ ਹੋਇਆ ਜਾਂਦਾ ਨਾ, ਕਹਿੰਦੇ ਦਰਖਤ ਵੀ ਇਉਂ ਖੜੇ ਹਨ। ਆਂਬਨ ਕੋ ਮੋਰ ਭਖ ਕੰਠ ਕਾਲ ਕੋਕ ਲਾਕੇ, ਕੂਕਤ ਸੁਨਾਏ ਕੂਕ ਪਾਵਤ ਆਨੰਦ ਸੇ। ਹੁਣ ਉੱਥੇ ਰਸਤੇ ਦੇ ਵਿੱਚ ਅੰਬਾਂ ਨੂੰ ਬੂਰ ਲੱਗਿਆ ਹੋਇਆ, ਔਰ ਉਹਨਾਂ ਨੂੰ ਖਾ ਖਾ ਕਰਕੇ ਕੋਇਲ ਜਿਹੜੀ ਆ ਉਹਨਾਂ ਦਾ ਗਲ ਸੁਰ 'ਚ ਹੋਇਆ ਹੋਇਆ। ਰਸਤੇ 'ਚ ਕੋਇਲਾਂ ਕੂਕਦੀਆਂ ਨੇ, ਉੱਚੀ ਉੱਚੀ ਰੌਲਾ ਪਾਉਂਦੀਆਂ ਨੇ, ਮਾਨੋ ਗੁਰੂ ਨਾਨਕ ਸਾਹਿਬ ਦਾ ਸਵਾਗਤ ਕਰ ਰਹੀਆਂ ਨੇ। ਕੀਰ ਕਲ ਬਿੰਕ ਕੰਕ ਤੋਕ ਤਕ ਕੰਕ ਕੋਕਾ, ਕੋਰ ਕਟ ਕਰੇਟੂ ਕਾਖ ਕੇਕੀ ਹੈ ਨਰਿੰਦ ਸੇ। ਹੁਣ ਇਹ ਹੁੰਦੀ ਕਵੀ ਦੀ ਕਵਿਤਾ।
ਜਿੱਧਰ ਨੂੰ ਚੱਲ ਪਿਆ ਬਸ ਉਧਰ ਨੂੰ ਸਾਰਾ ਕੁਝ ਹੀ ਸੁਣਾ ਦੇਣਾ, ਭਾਵੇਂ ਉਹ ਪੰਛੀ ਹੋਵੇ ਨਾ ਹੋਵੇ। ਬਾ ਕਵੀ ਜੀ ਨੇ ਸਾਰੇ ਬਿਠਾ ਦੇਣੇ ਟਾਹਣੀਆਂ ਤੇ। ਹੁਣ ਇਹ ਇੱਕ ਕਾਵਿ ਰਚਨਾ ਦੀ ਗੱਲ ਹੁੰਦੀ ਹੈ, ਜਦੋਂ ਸ਼ਿੰਗਾਰ ਰਸ ਸੁਣਾਉਣਾ ਤਾਂ ਉਧਰ ਸਿਰਾ ਹੀ ਲਾ ਦੇਣਾ। ਜਦੋਂ ਕਵੀ ਜੀ ਨੇ ਹੁਣ ਬਸੰਤ ਰੁੱਤ ਦਾ ਅਲੰਕਾਰ ਬੰਨਿਆ ਸੀ, ਸਾਰੇ ਫੁੱਲ ਖਿੜਾ ਦਿੱਤੇ। ਇਸੇ ਤਰ੍ਹਾਂ ਸਾਰੇ ਦਰਖਤਾਂ ਦੇ ਉੱਤੇ ਹੁਣ ਪੰਛੀ ਕਿਹੜੇ ਕਿਹੜੇ ਬੈਠੇ ਨੇ, ਕਹਿੰਦੇ ਬੈਠੇ ਨੇ ਪੰਛੀ ਦਰਖਤਾਂ ਦੇ ਉੱਤੇ, ਤੋਤੇ, ਚਿੜਾ, ਚਿੱਟੀ ਚੀਲ ਬੈਠੀ ਆ, ਬਗਲਾ ਬੈਠਾ, ਪਪੀਹਾ ਬੈਠਾ, ਬਟੇਰਾ ਬੈਠਾ, ਚਾਤਰਿਕ ਬੈਠਾ, ਚਕਵੀ ਚਕਵਾ। ਸੋ ਇਸ ਤਰੀਕੇ ਨਾਲ ਸੋ ਕੁੱਕੜ ਬੈਠੇ ਨੇ, ਭੰਮਰੇ ਬੈਠੇ ਨੇ, ਤੋ ਕਲਾ ਕਾਂਛੀ, ਕਾਂ, ਕੇਕੀ ਹੈ ਨਰਿੰਦ ਸੇ। ਕੇਕੀ ਤੋਂ ਭਾਵ ਇੱਥੇ ਤੋਂ ਜੋ ਹੈ ਮੋਰ ਬੈਠਾ, ਕਿਵੇਂ ਰਾਜਿਆਂ ਵਰਗੇ ਦਰਖਤਾਂ ਦੇ ਉੱਤੇ ਬੈਠ ਕੇ ਪੰਛੀ ਚਹਿਚਹਾ ਰਹੇ ਹਨ। ਬੋਲ ਤਕ ਪੋਤ ਭ੍ਰਿੰਗ ਖੰਜਨ ਕੋਲਿੰਗ ਕਾਲ ਸਾਰਸ ਕੋ ਰੰਗ ਨਾਨਾ ਰੰਗ ਕੇ ਵਿਹੰਗ ਹੈ। ਹੁਣ ਤਰ੍ਹਾਂ ਤਰ੍ਹਾਂ ਦੇ ਕਬੂਤਰ ਬੋਲਦੇ ਨੇ। ਕਪੋਤ ਤੋਂ ਭਾਵ ਕਬੂਤਰ, ਭੰਮਰਾ ਆਪਣੀ ਗੁੰਜਾਰ ਕਰਦਾ, ਮਮੋਲਾ ਪੰਛੀ ਹੁੰਦਾ ਇੱਕ ਛੋਟੀਆਂ ਛੋਟੀਆਂ ਅੱਖਾਂ ਵਾਲਾ, ਪਾਣੀ ਦੇ ਕਿਨਾਰੇ ਰਹਿਣ ਵਾਲੇ ਇੱਕ ਪੰਛੀ ਹੁੰਦੇ ਨੇ। ਇਸ ਤਰੀਕੇ ਨਾਲ ਉਹ ਵੀ ਪੰਛੀ ਆਪਣਾ ਰੌਲਾ ਪਾ ਰਹੇ ਨੇ। ਭਾਵੇਂ ਨਹੀਂ ਹੈ, ਬਿਠਾਉਣੇ ਜ਼ਰੂਰ ਹੈ, ਭਾਵੇਂ ਉੱਥੇ ਮਮੋਲਾ ਨਾ ਵੀ ਹੋਵੇ, ਕਵਿਤਾ 'ਚ ਬਿਠਾ ਦੇਣਾ ਕਵੀ ਜੀ ਨੇ। ਇਹ ਇੱਕ ਕਾਵਿ ਰਚਨਾ ਦੀ ਖਾਸ ਗੱਲ ਹੁੰਦੀ ਹੈ। ਜਲ ਦੇ ਕਿਨਾਰੇ ਰਹਿਣ ਵਾਲੇ ਜਿਹੜੇ ਪੰਛੀ ਨੇ, ਕੁਲਿੰਗ, ਕਲ ਸਾਰਸ ਕੁਰੰਗ ਨਾਨਾ ਰੰਗ ਕੇ ਵਿਹੰਗ ਹੈ। ਇਸੇ ਤਰੀਕੇ ਨਾਲ ਕਹਿੰਦੇ ਨੇ ਉੱਥੇ ਜਿਹੜੇ ਪੰਛੀ ਬੈਠੇ ਨੇ ਸੁੰਦਰ, ਇੱਕ ਵੱਡਾ ਸਾਰਾ ਜਲ ਪੰਛੀ ਹੁੰਦਾ ਸਾਰਸ, ਤੇ ਬੈਠਾ ਦੇਖਿਆ ਹੋਣਾ ਪਾਣੀ ਵਿੱਚ, ਲੰਬਾ ਜਿਹਾ, ਲੰਬੀਆਂ ਲੰਬੀਆਂ ਲੱਤਾਂ ਜੀਆਂ। ਇਸੇ ਤਰ੍ਹਾਂ ਇਹ ਲਮਢੀਂਗ ਜਿਹਾ ਹੁੰਦਾ ਕੁਰੰਕਰ। ਇਹ ਸਾਰੇ ਪੰਛੀ ਉਸ ਥਾਂ ਤੇ ਬੈਠੇ ਹਨ। ਕਾਨਨ ਉਲੰਘ ਗਏ ਨਗਰ ਉਮੰਗ ਪਿਖ, ਨਾਗਰ ਯੋ ਨਾਗਰੀ ਆਨੰਦ ਬਹੁ ਰੰਗ ਹੈ। ਸਾਰਾ ਜੰਗਲ ਲੰਘ ਗਏ ਹੌਲੀ ਹੌਲੀ, ਬੜੇ ਉਤਸ਼ਾਹ ਦੇ ਨਾਲ ਦੂਰੋਂ ਨਗਰ ਨਜ਼ਰ ਆ ਗਿਆ, ਕਿਉਂਕਿ ਉਧਰ ਵਿਵਾਹ ਹੋ ਕੇ ਹਟਿਆ। ਇਸ ਕਰਕੇ ਸਾਰੇ ਪਿੰਡ ਦੇ ਵਿੱਚ ਬੜੀ ਚਹਿਲ ਪਹਿਲ, ਸਾਰੇ ਬਹੁਤ ਖੁਸ਼ ਹੋ ਰਹੇ ਹਨ। ਗਾਵਤ ਬਸੰਤ ਮੇਲ ਨਾਚਤ ਅਨੰਤ ਘਰ, ਰਾਏ ਰੰਗ ਤਜੀ ਸੰਖ ਫਿਰ ਤਨ ਸੰਗ ਹੈ। ਕਿਉਂਕਿ ਵਿਆਹ ਦੇ ਦਿਨ ਨੇ, ਇਸ ਕਰਕੇ ਦੇ ਅੱਗੇ ਪਿੱਛੇ ਕੋਈ ਆ ਕੇ ਘਰ ਦੇ ਮੂਹਰੇ ਖੜੇ ਤਾਂ ਰੌਲਾ ਪੈਂਦਾ, ਕੌਣ ਹੈ, ਕਿਵੇਂ ਹੈ। ਕਹਿੰਦੇ ਵਿਆਹ ਕਰਕੇ ਸਾਰੇ ਮੰਗਤੇ ਵੀ ਨਿਸੰਗ ਹੋ ਕੇ, ਰਾਜੇ ਵੀ, ਕੰਗਾਲ ਵੀ, ਸਭ ਇੱਕ ਥਾਂ ਹੀ ਤੁਰੇ ਫਿਰਦੇ ਨੇ ਔਰ ਆ ਕੇ ਮੰਗਦੇ ਨੇ। ਜੇ ਮੰਗਦੇ ਨੇ ਤਾਂ ਦਿੰਦੇ ਨਹੀਂ, ਕਹਿੰਦੇ ਨਹੀਂ ਜੀ ਵਿਆਹ ਹੋਇਆ ਭਾਈਆ ਜੈ ਰਾਮ ਦਾ, ਇਸ ਕਰਕੇ ਅਸੀਂ ਇੱਥੋਂ ਲੈ ਕੇ ਜਾਵਾਂਗੇ। ਹਾਸੋਂ ਬਜਾਏ ਤਾਰੀ ਮੁਖ ਤੇ ਸੁਨਾਏ ਗਾਰੀ, ਡਾਰੇ ਪਿਚਕਾਰੀ ਭਰ ਰੰਗ ਤੁਸ ਰੰਗ ਹੈ। ਸੋ ਇਸ ਤਰ੍ਹਾਂ ਹੱਥ ਦੇ ਨਾਲ ਤਾੜੀ ਵਜਾਉਂਦੇ ਨੇ। ਤਾੜੀਆਂ ਵਜਾਉਣ ਵਾਲੇ ਮੁੱਖੋਂ ਹੋਰ ਹੀ ਪ੍ਰਕਾਰ ਦੀਆਂ ਗੱਲਾਂ ਬਾਤਾਂ ਸੁਣਾਉਂਦੇ ਨੇ, ਇੱਕ ਦੂਜੇ ਤੇ ਪਿਚਕਾਰੀਆਂ ਭਰ ਕੇ ਪਾਉਂਦੇ ਹਨ। ਉਹ ਮਾਰਚ ਦਾ ਲਗਭਗ ਮਹੀਨਾ। ਸੋਦਰੀ ਸਦਨ ਗਏ ਕਮਲ ਬਦਨ ਪਨ, ਬੰਧਨ ਕਦਨ ਜਾਂ ਕੇ ਨਾਮ ਲੇਤ ਹੋਤ ਹੈ। ਸੋਦਰੀ ਤੋਂ ਸੋਦਰ, ਦੋ ਚੀਜ਼ਾਂ, ਸੋਦਰ ਮਤਲਬ ਭਰਾ, ਸੋਦਰੀ ਭੈਣ। ਭੈਣ ਜੀ ਜਦੋਂ ਭੈਣ ਜੀ ਦੇ ਘਰ ਗਏ ਬੇਬੇ ਨਾਨਕੀ ਜੀ ਦੇ, ਕਮਲ ਵਰਗਾ ਚਿਹਰਾ ਗੁਰੂ ਨਾਨਕ ਦੇਵ ਜੀ ਦਾ, ਬੰਧਨ ਨੂੰ ਕੱਟਣ ਵਾਲੇ, ਜਿਨ੍ਹਾਂ ਦਾ ਨਾਮ ਲੈਂਦਿਆਂ ਹੀ ਬੰਧਨ ਕੱਟਿਆ ਜਾਂਦਾ। ਨਾਮ ਬਹੁਤ ਵੱਡਾ ਹੈ। ਤਿੰਨਾਂ ਲੋਕਾਂ ਦੇ ਵਿੱਚ ਕਦੇ ਕਿਤੇ ਲੋੜ ਪੈ ਜੇ ਜ਼ਿੰਦਗੀ 'ਚ, ਪਰਲੋਕ 'ਚ ਸੰਕਟ ਖੜਾ ਹੋ ਜਾ, ਆਖੋ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ। 5-7 ਵਾਰੀ ਕਹੋ, ਸੰਕਟ ਭੱਜਣਾ ਸ਼ੁਰੂ ਹੋ ਜਾਂਦਾ। ਤਾਂ ਆਪਾਂ ਯਾਦ ਜੋ ਕਰ ਲਿਆ। ਇਹ ਸੱਚੇ ਪਾਤਸ਼ਾਹ ਰੱਖਿਆ ਕਰੋ, ਇਹ ਮਹਾਰਾਜ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੀ, ਬਚਾਓ ਜੀ। ਸਤਿਗੁਰੂ ਸਰਬ ਵਿਆਪਕ ਨੇ ਤਿੰਨਾਂ ਲੋਕਾਂ ਵਿੱਚ। ਮਹਾਰਾਜ ਕਹਿੰਦੇ ਮੈਨੂੰ ਥੋੜਾ ਜਿਹਾ ਯਾਦ ਕਰ ਲਓ ਨਾ, ਕਿਤੇ ਯਾਦ ਨਹੀਂ ਨਾ ਕਰਦੇ, ਕਹਿੰਦੇ ਯਾਦ ਕਰੋ, ਮੈਂ ਉੱਥੇ ਹੀ ਹਾਜ਼ਰ ਹੋ ਜਾਂਦਾ ਹਾਂ। ਸਾਦਰ ਸਨੇਹ ਕਾਰ ਮਿਲ ਕੇ ਵਸਾਏ ਗਏ, ਕੌਸ਼ਲ ਪ੍ਰਸਨ ਬੂਝ ਆਨੰਦ ਅਦੋਤ ਹੈ। ਹੁਣ ਬਹੁਤ ਖੁਸ਼ੀਆਂ ਚੜ ਗਈਆਂ ਬੇਬੇ ਨਾਨਕੀ ਜੀ ਨੂੰ। ਮੇਰਾ ਵੀਰ ਆਇਆ, ਮੇਰਾ ਰੱਬ ਵੀਰ। ਰੱਬ ਹੀ ਕਹਿੰਦੀ ਸੀ ਮੇਰਾ ਵੀਰ ਰੱਬ ਹੈ, ਲੋਕਾਂ ਨੂੰ ਸਮਝ ਨਹੀਂ ਮੇਰੇ ਵੀਰ ਦੀ।
ਸਹਿਤ ਆਦਰ ਦੇ ਨਾਲ, ਪ੍ਰੇਮ ਦੇ ਨਾਲ ਘਰ ਦੇ ਵਿੱਚ ਲਿਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਿਠਾਇਆ ਔਰ ਸੇਵਾ ਬੜੀ ਕਰਦੇ ਨੇ ਪਿਆਰ ਨਾਲ। ਇਸ ਕਰਕੇ ਮਿਲਾ ਕਰਕੇ ਆਪਸ ਦੇ ਸਾਰਿਆਂ ਨੂੰ, ਰਿਸ਼ਤੇਦਾਰਾਂ ਨੂੰ ਘਰ ਬਿਠਾਇਆ, ਕੁਸ਼ਲ ਪ੍ਰਸ਼ਨ ਪੁੱਛਿਆ ਹੈ, ਪਿਤਾ ਜੀ ਕਿਵੇਂ ਨੇ, ਮਾਤਾ ਜੀ ਦਾ ਕੀ ਹਾਲ ਹੈ, ਫਲਾਣੇ ਦਾ ਕੀ ਹਾਲ ਹੈ। ਇਹ ਆਪਣੇ ਪੇਕਿਆਂ ਦੀਆਂ ਸਹੇਲੀਆਂ ਦਾ ਸਾਰਾ ਪੁੱਛਦੇ ਨੇ ਔਰ ਸਾਰਿਆਂ ਵਿੱਚ ਆਨੰਦ ਹੋ ਰਿਹਾ ਹੈ। ਬੜਾ ਮਲਾਪੜਾ ਸੁਭਾਅ ਸੀ ਉਦੋਂ। ਇੱਕ ਦਿਨ ਰਹੇ ਬਿਦਾ ਲੈਨ ਹਿਤ ਬੈਨ ਕਹੇ, ਸੁਨ ਕਹਿ ਜਾ ਰਾਮ ਸਨ ਮਨ ਰੂਪ ਜੋਤ ਹੈ। ਇੱਕ ਦਿਨ ਰਹੇ ਬਸ ਆਗਿਆ ਲੈਣ ਲਈ, ਹੁਣ ਸਾਨੂੰ ਵਿਦਾ ਕਰੋ, ਤਾਂ ਜਾਣਾ ਹੈ। ਭਾਈਆ ਜੈ ਰਾਮ ਜੀ, ਕਿਉਂਕਿ ਉਹਨਾਂ ਦੀ ਸੰਗਤ ਹੁਣ ਬੇਬੇ ਨਾਨਕੀ ਨਾਲ ਹੋ ਗਈ। ਉਹਨਾਂ ਕਹਿਤਾ ਮੇਰਾ ਵੀਰ ਨੇ ਆਉਣਾ, ਰੱਬ ਹੈ, ਰੱਬ ਜੋਤ ਪ੍ਰਮਾਤਮਾ ਦੀ, ਮੇਰੇ ਵੀਰ ਦਾ ਸਤਿਕਾਰ ਕਰਨਾ ਹੈ। ਪਹਿਲਾਂ ਹੀ ਸਾਰਾ ਕੋਈ ਦੱਸਤਾ। ਭਾਈਆ ਜੈ ਰਾਮ ਜੀ ਜੋਤ ਜਾਣ ਕੇ ਸਤਿਕਾਰ ਕਰਦੇ ਨੇ ਔਰ ਬੇਨਤੀ ਕਰਦੇ ਹਨ ਜੀ, ਮੇਰੇ ਧਾਮ ਰਹੋ ਸੇਵਾ ਕਰੋ ਜੋ ਕਹੋ ਤੁਮ, ਸੰਤ ਰੂਪ ਦੇਖੇ ਕੇ ਕਲਖ ਦੁਖ ਖੋਤ ਹੈ। ਹੱਥ ਜੋੜ ਕੇ ਬੇਨਤੀ ਕੀਤੀ, ਭਾਈਆ ਜੈ ਰਾਮ ਦੀ ਆਪਣੀ ਕਮਾਈ ਵੀ ਬਹੁਤ ਹੈ, ਮਹਾਰਾਜ ਜੀ ਮੇਰੇ ਘਰ ਰਹੋ, ਸੇਵਾ ਕਰੂੰਗਾ ਜੋ ਕਹੋਗੇ, ਜੋ ਉਚਿਤ ਹੈ। ਮੈਂ ਕਿਉਂਕਿ ਤੁਹਾਨੂੰ ਦੇਖਦਾ ਤੁਸੀਂ ਸੰਤ ਰੂਪ ਹੋ ਜੀ, ਤੁਹਾਡੇ ਤਾਂ ਦਰਸ਼ਨ ਕਰਕੇ ਮੇਰੇ ਮਨ ਨੂੰ ਠੰਡ ਪੈਂਦੀ ਹੈ, ਬੰਦੇ ਦੇ ਦੁੱਖ ਨਾਸ ਹੋ ਜਾਂਦੇ ਨੇ, ਬੰਦੇ ਦੇ ਪਾਪ ਨਾਸ ਹੋ ਜਾਂਦੇ ਨੇ। ਇੱਕੋ ਦਿਨ 'ਚ ਥੋੜੀ ਜਾਣ ਦੇਵਾਂਗਾ, ਮੇਰੇ ਕੋਲ ਰਹੋ ਜੀ। ਪਰਮਾਨੰਦ ਜਨ ਕੁਜ ਰਾਮ ਕੋ ਬਖਾਨੇ, ਬੈਨ ਬਿਦਾ ਦੇਹੋ ਅਬ ਕੇ ਬਹਰਪੁਰ ਆਵਈ। ਸੋ ਇਸ ਕਰਕੇ ਫਿਰ ਅੱਗੇ ਤੋਂ ਅੱਗੇ ਨਾਮ ਜਿਹੜੇ ਨੇ ਸਾਰੇ ਯਾਦ ਰੱਖਣੇ ਨੇ। ਭਾਈਆ ਜੈ ਰਾਮ ਜੀ ਦੇ ਪਿਤਾ ਜੀ ਦਾ ਨਾਮ ਪਰਮਾਨੰਦ ਜੀ, ਜਨਕ ਤੋਂ ਭਾਵ ਪਿਤਾ, ਜੈ ਰਾਮ ਕੋ ਬਖਾਨੇ ਬੈਨ, ਕਿਉਂ ਬਚਨ ਕਹੇ ਨੇ ਵੀ ਹੁਣ ਵਿਦਾਈ ਦੇ ਦਿਓ, ਫਿਰ ਜਦੋਂ ਆਉਂਗਾ ਨਾ ਫਿਰ ਬਹੁਤਾ ਸਮਾਂ ਮੈਂ ਸੁਲਤਾਨਪੁਰ ਸਾਹਿਬ ਵਿਖੇ ਆ ਕੇ ਰਹਾਂਗਾ। ਭਗਨੀ ਕੋ ਲੈਨ ਮਾਤ ਪਿਤਾ ਨੇ ਪਠਾਇਆ, ਇਹ ਜਾਨੋ ਜੋਗ ਜਾਨੋ ਅਬ ਨਹੀਂ ਪੁੰਨ ਜਾਵਈ। ਬਜ਼ੁਰਗਾਂ ਨੂੰ ਪਤਾ ਹੁੰਦਾ ਹੈ ਕਿ ਕਿਸ ਕੰਮ ਲਈ ਆਏ ਨੇ। ਵਿਆਹ ਨੂੰ ਥੋੜੇ ਦਿਨਾਂ ਤੋਂ ਬਾਅਦ ਫੇਰਾ ਜੋ ਪਵਾਉਣਾ ਵਾਪਸ। ਪਰਮਾਨੰਦ ਜੀ ਕਹਿਣ ਲੱਗੇ ਭਾਈਆ ਜੈ ਰਾਮ ਦੇ ਪਿਤਾ ਜੀ, ਬੇਬੇ ਨਾਨਕੀ ਜੀ ਸਹੁਰਾ ਜੀ, ਭਈ ਇਹ ਗੱਲ ਹੈ ਮਰਿਆਦਾ ਅਨੁਸਾਰ, ਭਈ ਗੁਰੂ ਨਾਨਕ ਦੇਵ ਜੀ ਲੈਣ ਆਏ ਨੇ ਨਾ ਬੇਬੇ ਨਾਨਕੀ ਜੀ ਨੂੰ, ਤੋ ਰੋਕੀ ਦਾ ਨਹੀਂ ਹੁੰਦਾ, ਇਹਨਾਂ ਨੂੰ ਲੈ ਜਾਣ ਦੋ। ਜਿਹੜਾ ਪਿੰਡ ਦਾ ਇੱਕ ਵਾਰ ਸਾਰੇ ਫੇਰ ਜਾ ਕੇ ਇਹ ਸਾਰਿਆਂ ਨੂੰ ਮਿਲ ਕੇ ਆਉਣਗੇ, ਮਨ ਖੁਸ਼ ਹੋ ਜਾਂਦਾ ਹੈ। ਵਿਦਾਇਗੀ ਦੇਣਾ ਕਰੋ ਹੁਣ ਇਹਨਾਂ ਨੂੰ। ਜਾਂ ਵਿਦ ਵਿਚਾਰ ਕੀਨ ਸਭਨ ਕੋ ਬਿਦਾ ਦੀਨ, ਚੱਲੇ ਤਲਵੰਡੀ ਮਗ ਸੁੰਦਰ ਸੁਹਾਵਈ। ਇਸ ਤਰ੍ਹਾਂ ਫੇਰ ਵਿਚਾਰ ਕਰਕੇ ਵਿਦਾਇਗੀ ਦਿੱਤੀ। ਤਲਵੰਡੀ ਨਗਰ ਨੂੰ ਸਾਰੇ ਜਾਣੇ ਚੱਲ ਪਏ, ਜੋ ਬੜਾ ਸੁੰਦਰ ਨਗਰ ਹੈ। ਬੇਦੀ ਕੋਲ ਕੇਤ ਆਏ ਸੁਸਾ ਕੇ ਸਮੇਤ ਨਿਜ, ਪ੍ਰਵੇਸ਼ੇ ਨਕੇਤ ਮਾਤ ਅੰਗ ਮੈਂ ਨ ਮਾਵਈ। ਬੇਦੀਆਂ ਦੀ ਕੋਲ ਦੇ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਭੈਣ ਜੀ ਬੇਬੇ ਨਾਨਕੀ ਜੀ ਦੇ ਸਮੇਤ ਨਿਜ ਪ੍ਰਵੇਸ਼ ਨਕੇਤ, ਆਪਣੇ ਘਰ ਦੇ ਵਿੱਚ ਜਦੋਂ ਆ ਕੇ ਪ੍ਰਵੇਸ਼ ਹੋਏ, ਮਾਤ ਅੰਗ ਮੈਂ ਨਾ ਮਾਵਈ, ਮਾਤਾ ਦੀ ਖੁਸ਼ੀ ਝੱਲੀ ਨਹੀਂ ਜਾਂਦੀ। ਬਹੁਤ ਮਾਤਾ ਤ੍ਰਿਪਤਾ ਜੀ ਖੁਸ਼ ਹੋਏ। ਸਵਈਆ ਰਾਏ ਸੁਨਿਓ ਨਿਜ ਬੱਲਵ ਆਨ, ਦਾਸ ਪਠਾਵਣ ਕੀਨ ਤਦਾਈ। ਉਦੋਂ ਰਾਏ ਬਲਾਰ ਜੀ ਨੂੰ ਖਬਰ ਮਿਲ ਗਈ ਗੁਰੂ ਨਾਨਕ ਦੇਵ ਜੀ ਬੇਬੇ ਨਾਨਕੀ ਜੀ ਨੂੰ ਲੈ ਕੇ ਸੁਲਤਾਨਪੁਰ ਸਾਹਿਬ ਤੋਂ ਮੁੜ ਆਏ। ਆਪਣੇ ਪ੍ਰੀਤਮ ਦਾ ਆਉਣਾ ਸੁਣ ਕੇ ਉਸੇ ਵਕਤ ਆਪਣੇ ਸੇਵਾਦਾਰ ਨੂੰ ਕਹਿਣ ਲੱਗੇ, ਜਾ ਭੱਜ ਕੇ ਲੈ ਕੇ ਆ, ਮੈਂ ਦਰਸ਼ਨ ਕਰਨੇ ਸੱਚੇ ਪਾਤਸ਼ਾਹ ਦੇ। ਦੀਨ ਬੁਲਾਏ ਸੋ ਪਾਸ ਬਿਸਾਏ, ਹਿਰਦੈ ਸੁਖ ਪਾਏ ਅੱਖੀ ਭਰ ਆਈ। ਵਿਛੋੜਾ ਨਹੀਂ ਝੱਲ ਸਕਦੇ ਰਾਏ ਬਲਾਰ ਜੀ, ਕੋਲ ਬੁਲਾ ਲਿਆ, ਕੋਲ ਬਿਠਾ ਲਿਆ ਪਲੰਘ ਤੇ, ਬਹੁਤ ਪਿਆਰ ਨਾਲ ਮਿਲਦੇ ਨੇ। ਅੱਖਾਂ ਭਰ ਆਉਂਦੀਆਂ ਨੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਮਿਲਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਬਹੁਤ ਔਖਾ ਲੱਗਿਆ, ਆਹ 2-4 ਦਿਨ ਤੁਸੀਂ ਗਏ ਹੋ ਨਾ, ਮੈਨੂੰ ਤੇ ਬੜਾ ਹੀ ਔਖਾ ਲੱਗਿਆ ਜੀ, ਤੁਹਾਡੇ ਤੋਂ ਮੈਂ ਬਿਨਾਂ ਰਹਿ ਨਹੀਂ ਸਕਦਾ ਜੀ। ਪ੍ਰੇਮ ਸੋ ਬੂਝ ਸਰੀਰ ਅਪੀਰ ਕੀ, ਪ੍ਰੀਤ ਨਵੀਨ ਕਰੀ ਅਧਿਕਾਈ। ਪ੍ਰੇਮ ਦੇ ਨਾਲ ਫਿਰ ਉਸ ਵਕਤ ਸਰੀਰ ਦੀ ਸੁੱਖ ਸਾਂਦ ਪੁੱਛੀ ਔਰ ਨਵੀਂ ਪ੍ਰੀਤੀ
ਬਹੁਤੀ ਜ਼ਿਆਦਾ ਹੋਰ ਵਧੀ। ਵਿਛੋੜੇ ਤੋਂ ਬਾਅਦ ਜਿਹੜੀ ਪ੍ਰੀਤੀ ਵੱਧਦੀ ਹੈ ਉਹ ਫਿਰ ਭਗਤਾਂ ਦੀ ਪ੍ਰੀਤੀ ਹੋਰ ਵੱਧ ਜਾਂਦੀ। ਸਤਿਗੁਰੂ ਤਾਈਓ ਕਈ ਵਾਰੀ ਅਵਸਥਾ ਵਾਲੇ ਸਿੰਘਾਂ ਨੂੰ ਮਾੜਾ ਜਿਹਾ ਝਟਕਾ ਦਿੰਦੇ ਨੇ। ਅਵਸਥਾ ਜੀ ਜਾਣ ਕੇ ਅਲੋਪ ਕਰ ਛੱਡਦੇ ਆ, ਜਾਂ ਹੋਰ ਕਈ ਝਟਕੇ ਜਿਹੇ ਹੁੰਦੇ ਨੇ। ਉਦੋਂ ਫਿਰ ਤੜਫਦਾ ਸਿੱਖ, ਉਹ ਮੇਰੇ ਨਾਲ ਕੀ ਹੋ ਗਿਆ। ਫਿਰ ਜਦੋਂ ਦੁਬਾਰਾ ਮਿਲਦੇ ਨੇ ਫਿਰ ਹੋਰ ਤਰ੍ਹਾਂ ਦਾ ਆਨੰਦ ਬਣਦਾ। ਫਿਰ ਬੇਨਤੀਆਂ ਕਰਦਾ, ਮਹਾਰਾਜ ਹੁਣ ਨਾ ਵਿਛੜਿਓ, ਹੁਣ ਨਾ ਜਾਇਓ, ਹੁਣ ਮੇਰੀ ਅਵਸਥਾ ਕਿਤੇ ਘਟ ਨਾ ਜਾਵੇ। ਇਸ ਕਰਕੇ ਬਹੁਤ ਮਨ ਦੇ ਅੰਦਰ ਆਪਣੇ ਮਾਸੀ ਜੀ ਦੇ ਪੁੱਤਰ ਨੂੰ ਰਾਮ ਥੰਮਣ ਜੀ ਨੂੰ ਗੁਰੂ ਨਾਨਕ ਦੇਵ ਜੀ ਮਿਲੇ ਸੀ। ਇਹ ਵੀ ਗੁਰਦੁਆਰਾ ਪਾਕਿਸਤਾਨ ਦੇ ਵਿੱਚ ਹੀ ਆ ਰਾਮ ਥੰਮਣ। ਤੋ ਇਸ ਪ੍ਰਕਾਰ ਜਦੋਂ ਮਿਲੇ ਸਨ ਰਾਮ ਥੰਮਣ ਜੀ ਨੂੰ ਸੁਪਨੇ 'ਚ, ਨਰਮਦਾ ਨਦੀ ਦੇ ਕਿਨਾਰੇ ਤੇ ਕਿਤੇ ਉਧਰਲੇ ਪਰਲੇ ਪਾਸੇ ਸੋ ਰਾਮ ਥੰਮਣ ਜੀ ਵਿਚਰ ਰਹੇ ਸੀ। ਘੁੰਮਦਿਆਂ ਘੁੰਮਦਿਆਂ ਯਾਦ ਕਰਦੇ ਕਰਦੇ ਗੁਰੂ ਨਾਨਕ ਦੇਵ ਜੀ ਨੂੰ ਕਿਤੇ ਸੌਂ ਗਏ। ਸੁਪਨੇ 'ਚ ਮਿਲੇ। ਜਦੋਂ ਸੁਪਨੇ 'ਚ ਮਿਲੇ, ਉੱਠ ਕੇ ਇੱਕਦਮ ਬੈਠੇ ਹੋਏ। ਉਸ ਵਕਤ ਬੜਾ ਵਿਰਾਗ ਲੱਗਿਆ, ਅੱਖਾਂ 'ਚੋਂ ਜਾਲ ਆਵੇ, ਕੁਛ ਨਾ ਚੰਗਾ ਲੱਗੇ। ਫਿਰ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਆ ਕਰਕੇ ਬਾਬਾ ਰਾਮ ਥੰਮਣ ਜੀ, ਸਾਰਾ ਪ੍ਰਸੰਗ ਦੱਸਿਆ। ਗੁਰੂ ਨਾਨਕ ਦੇਵ ਜੀ ਨੇ ਫਿਰ ਇਹ ਸ਼ਬਦ ਉਸ ਵਿਵਸਥਾ 'ਚ ਉਚਾਰਿਆ, ਵਿਛੋੜੇ ਦਾ ਕੀ ਹਾਲ, ਕਿਵੇਂ ਵਿਛੋੜਾ ਪਿਆ। ਮੋਰੀ ਰੁਣ ਝੁਣ ਲਾਇਆ, ਭੈਣੇ ਸਾਵਣ ਆਇਆ। ਇਹ ਸ਼ਬਦ ਉਸ ਵਕਤ ਉਚਾਰਨ ਕੀਤਾ। ਤੀਰਥ ਧੁਰੰਤਰ ਸ੍ਰੀ ਗੁਰ ਪੂਰਣਾ, ਛੇਮ ਕਹੀ ਔਜਰਾਮ ਵਡਾਈ। ਸੋ ਧੀਰ ਧੁਰੰਦਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਹੁਤ ਵੱਡੇ ਧੀਰਜ ਦੇ ਧਾਰਨਹਾਰੇ ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਸ਼ਲ ਦੱਸੀ। ਠੀਕ ਠਾਕ, ਹਾਂ ਬਿਲਕੁਲ ਵੀ ਆਪਾਂ ਕਹਿੰਦੇ ਆ। ਔਰ ਕਹੀ ਔਜਰਾਮ ਵਡਾਈ, ਕਹਿੰਦੇ ਕੈਸਾ ਲੱਗਿਆ ਜੀਜਾ ਜੀ, ਕਿਵੇਂ ਲੱਗੇ? ਬਹੁਤ ਅੱਛੇ। ਕਹਿੰਦੇ ਜੀ ਉੱਥੇ ਬਹੁਤ ਮਾਹੌਲ ਵਧੀਆ, ਸ਼ਾਂਤੀ ਹੈ। ਉਹ ਤਾਂ ਮੇਰਾ ਬਹੁਤ ਸਤਿਕਾਰ ਕਰਦੇ। ਕਹਿੰਦੇ ਤੁਸੀਂ ਸੰਤ ਰੂਪ ਹੋ, ਇੱਥੇ ਨਹੀਂ ਅਭੀ ਇੱਥੇ ਝਗੜਾ ਚੱਲਦਾ ਰਹਿੰਦਾ। ਉਹ ਕਹਿੰਦੇ ਜੀ ਬਸ ਆਰਾਮ ਨਾਲ ਇੱਥੇ ਬੈਠੋ, ਮੈਨੂੰ ਦਰਸ਼ਨ ਦੇਈ ਜਾਓ, ਪ੍ਰਸ਼ਾਦਾ ਪਾਣੀ ਛਕੀ ਜਾਓ, ਨਾਮ ਜਪੋ, ਤੁਹਾਡੇ ਦਰਸ਼ਨ ਕਰਕੇ ਹੀ ਮੈਂ ਖੁਸ਼ ਹਾਂ ਜੀ। ਦੋਹਰਾ ਸਦਨ ਆਏ ਦੁਖ ਕਦਨ ਪਨ, ਜਿਨ ਕੇ ਮਦਨ ਲਜਾਏ। ਫਿਰ ਘਰ ਆ ਗਏ ਦੁੱਖਾਂ ਦੇ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਤੋਂ ਮਦਨ ਹੁੰਦਾ ਕਾਮਦੇਵ, ਕਿਉਂਕਿ ਕਾਮਦੇਵ ਤਾਂ ਸਭ ਤੋਂ ਸੁੰਦਰ ਮੰਨਿਆ। ਕਹਿੰਦੇ ਕਾਮਦੇਵ ਵੀ ਜਿਨ੍ਹਾਂ ਦੇ ਸਾਹਮਣੇ ਖੜ ਕੇ ਨਾ ਸ਼ਰਮਾਉਂਦਾ ਵੀ ਇੰਨੀ ਸੁੰਦਰਤਾ ਹੈ ਗੁਰੂ ਨਾਨਕ ਦੇਵ ਜੀ ਦੀ, ਵੀ ਮੈਂ ਤਾਂ ਇਹਨਾਂ ਦੇ ਸਾਹਮਣੇ ਬਿਲਕੁਲ ਹੀ ਤੁੱਛ ਜਿਹਾ ਹਾਂ। ਕਿੱਥੇ ਰੱਬ ਦੀ ਸੁੰਦਰਤਾ, ਕਿੱਥੇ ਮਾਇਆਵੀ ਦੀ ਸੁੰਦਰਤਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਉਪਮਾ ਕਰਦੇ ਹਨ, ਕਿਉਂਕਿ ਇੱਕ ਅੰਗੀ ਦ੍ਰਿਸ਼ਟਾਂਤ ਲੈਣਾ ਹੁੰਦਾ, ਇੱਕ ਪੱਖ ਲੈਣਾ ਹੁੰਦਾ। ਸੁੰਦਰਤਾ ਸਾਰਿਆਂ ਨਾਲੋਂ ਜੋ ਕਾਮਦੇਵ ਦੀ ਹੋਈ ਹੈ, ਪਰ ਜਦੋਂ ਇੱਕ ਅੰਗੀ ਦ੍ਰਿਸ਼ਟਾਂਤ ਦਿੱਤਾ ਤਾਂ ਸਾਰੇ ਪੱਖ ਨਹੀਂ ਲੈਣੇ। ਰਦਨ ਕੰਦ ਕੰਦਲ ਆਨੰਦ, ਮੰਦ ਮੰਦ ਗਤ ਪਾਏ। ਇਸ ਤਰੀਕੇ ਨਾਲ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਰਦਨ ਕੁੰਦ, ਜਿਨ੍ਹਾਂ ਦੇ ਜਿਹੜੇ ਦੰਦ ਨੇ ਨਾ, ਮਰਤਬਾਨ ਦਾ ਇੱਕ ਫੁੱਲ ਹੁੰਦਾ ਚਿੱਟੇ ਰੰਗ ਦਾ, ਬੜੇ ਸੁੰਦਰ ਸੋਹਣੇ ਦੰਦ ਨੇ। ਜਦੋਂ ਹੱਸਦੇ ਨੇ ਕਹਿੰਦੇ ਉਹੀ ਬਲਿਹਾਰ ਜਾਈਏ। ਇਹੋ ਜਿਹੇ ਸੋਹਣੇ ਦੰਦ ਚਿੱਟੇ ਚਿੱਟੇ ਗੁਰੂ ਨਾਨਕ ਦੇਵ ਜੀ ਦੇ ਇੱਕੋ ਲਾਈਨ ਵਿੱਚ ਜਿਵੇਂ ਮੋਤੀ ਚਿਣੇ ਹੁੰਦੇ ਨੇ। ਕਹਿੰਦੇ ਆਨੰਦ ਦੀ ਗੰਦਲ, ਸਾਰਾ ਹੀ ਆਨੰਦ ਸਰੂਪ ਗੁਰੂ ਨਾਨਕ ਦੇਵ ਜੀ। ਮੰਦ ਮੰਦ ਹੌਲੀ ਹੌਲੀ ਉਹਨਾਂ ਦੇ ਚਰਨਾਂ ਦੀ ਟੋਰ ਜਿਹੜੀ ਹੈ ਉਹ ਬੜੀ ਗੰਭੀਰ ਹੈ। ਕਬਿਤ ਸੁੰਦਰ ਬਦਨ ਪਰ ਤਾਨਕ ਸਮ ਸਮਸ, ਮਨ ਹੋ ਸਿੰਗਾਰਨੇ ਜ ਰੂਪ ਪ੍ਰਗਟਾਵਈ। ਕਹਿੰਦੇ ਆਓ ਹੁਣ ਸੋਹਣੇ ਮੁਖ ਦੇ ਉੱਤੇ ਥੋੜੀ ਜਿਹੀ ਦਾੜੀ ਆਈ ਗੁਰੂ ਨਾਨਕ ਸਾਹਿਬ ਦੀ, ਕਾਲੇ ਰੰਗ ਦੀ, ਬੜੀ ਸੋਹਣੀ ਮਾੜੀ ਮਾੜੀ ਦਾੜੀ ਫੁੱਟਿਆਈ ਹੈ, ਜਿਹੜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੀ ਜਿਹੜੀ ਸੁੰਦਰਤਾ ਹੈ ਉਹਨੂੰ ਹੋਰ ਵੀ ਜ਼ਿਆਦਾ ਵਧਾਉਂਦੀ। ਸ਼ਿੰਗਾਰ ਰਸ ਤੇ ਇੱਥੇ ਕਵੀ ਜੀ ਜ਼ੋਰ ਲਾਉਣਗੇ ਹੁਣ। ਕਿਹਦਾ ਸੱਚ ਪਾਸ ਚਹਿ ਪਸਰਿਓ ਤਮ ਜਸ, ਕਿਹਦਾ ਮੁਖ ਸਾਰ ਸਮੈ ਮਦਪ ਸੁਹਾਵਈ। ਕਹਿੰਦੇ ਮੰਨੋ ਚੰਦਰਮਾ ਦੇ ਜਿਵੇਂ ਕੋਲ ਨਾ, ਜਿਵੇਂ ਚੰਦਰਮਾ ਪੂਰਾ ਖਿੜਿਆ ਹੁੰਦਾ, ਪੂਰਨਮਾਸੀ ਤੇ ਪੂਰਾ ਚੰਦਰਮਾ ਜਦੋਂ ਚੜਿਆ ਹੁੰਦਾ ਹੈ, ਚਾਹੇ ਪਸਰਿਓ ਤਮਸ ਜਸ, ਉਸ ਵਕਤ ਜਿਵੇਂ ਹਨੇਰਾ ਪਸਰਿਆ ਚਾਹੁੰਦਾ ਚਾਰੇ ਪਾਸੇ ਚੰਦਰਮਾ ਦੇ। ਔਰ ਕਿਦੋਂ ਮੁਖ ਸਾਰਸ ਪੈ ਮਦਪ ਸੁਹਾਵਈ, ਜਾਂ ਕਹਿੰਦੇ ਮੁਖ ਕਮਲ ਤੇ ਆ ਕੇ ਜਿਵੇਂ ਭਮਰਾ ਬੈਠ ਜਾਵੇ ਕਾਲੇ ਰੰਗ ਦਾ। ਕਹਿੰਦੇ ਇਸ ਤਰੀਕੇ ਨਾਲ
ਭੰਵਰਾ ਜਿਵੇਂ ਬਹਿੰਦਾ ਕਾਲਾ ਛੋਟਾ ਜਿਹਾ ਕਮਲ ਦੇ ਫੁੱਲ ਉੱਤੇ ਲੜੀ ਬਣ ਜੇ ਭੰਵਰਿਆਂ ਦੀ ਗੋਲ ਜੀ ਕਾਲੇ ਕਾਲੇ ਸੋਹਣੇ ਸੋਹਣੇ, ਐਸਾ ਸੁੰਦਰ ਦਾੜਾ ਮਾੜਾ ਮਾੜਾ ਮਹਾਰਾਜ ਸੱਚੇ ਪਾਤਸ਼ਾਹ ਦੇ ਮੁੱਖ ਕਮਲ ਤੇ ਆਇਆ ਹੈ। ਭੁਜਾ ਹੈ ਪ੍ਰਲੰਬ ਭਾਰੀ ਉਨਤ ਸਿਕੰਦ ਚਾਰੀ, ਦਇਆ ਭਰੀ ਨੈਣ ਕੋਰ ਚਿੱਤ ਕੋ ਚੁਰਾਵਾਈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਭੁਜਾਵਾਂ ਜਿਹੜੀਆਂ ਨੇ, ਭਾਵ ਜਿਹੜੀਆਂ ਬਾਹਾਂ ਨੇ, ਭੁਜਾ ਹੈ ਪ੍ਰਲੰਬ ਭਾਰੀ, ਬਾਹਾਂ ਜਿਹੜੀਆਂ ਨੇ ਉਹ ਲੰਬੀਆਂ, ਮੋਢੇ ਜਿਹੜੇ ਨੇ ਉੱਚੇ। ਇਹ ਸ਼ਿੰਗਾਰ ਰਸ ਵਿੱਚ ਚੀਜ਼ ਆਉਂਦੀ ਹੈ। ਅਵਤਾਰਾਂ ਦੇ ਲੱਛਣ ਨੇ, ਨਿਸ਼ਾਨੀਆਂ ਨੇ ਕਿ ਉਹਨਾਂ ਦੇ ਸਰੂਪ ਕੈਸੇ ਨੇ, ਸਰੀਰ ਕੈਸੇ ਹੁੰਦੇ ਨੇ। ਔਰ ਦਇਆ ਭਰੀ ਨੈਣ ਕੋਰ ਚਿੱਤ ਕੋ ਚਰਾਵਈ, ਅੱਖਾਂ ਦੀਆਂ ਜਿਹੜੀਆਂ ਕੋਣਾਂ ਨੇ ਨਾ, ਦਇਆ ਹੀ ਭਰੀ ਹੋਈ, ਜਿਨ੍ਹਾਂ ਦੇ ਵਿੱਚ ਆਨੰਦ ਹੀ ਆਨੰਦ ਹੈ। ਜਦੋਂ ਕਿਸੇ ਵੱਲ ਤੱਕ ਲੈਂਦੇ ਨੇ, ਮਨ ਉਹਦੇ ਮਨ ਨੂੰ ਖਿੱਚ ਹੀ ਲੈਂਦੇ ਨੇ ਸੱਚੇ ਪਾਤਸ਼ਾਹ। ਜਿਹੜਾ ਕੋਈ ਗੱਲ ਕਰਨ ਆਉਂਦਾ, ਉਹ ਜੀ ਮੈਂ ਗੱਲ ਇਹ ਕਰਨੀ ਸੀ, ਬਸ ਉਹ ਠੱਪ ਹੋ ਗਿਆ। ਕੀ ਬਈ, ਬਸ ਮਹਾਰਾਜ ਗੱਲ ਹੀ ਭੁੱਲ ਗਈ। ਕਿਉਂ? ਤੁਹਾਡਾ ਸਰੂਪ ਹੀ ਇੰਨਾ ਸੁੰਦਰ ਹੈ। ਕੁੰਡਲ ਕਪੋਲ ਪਰ ਝਮਕਤ ਲੋਲ ਭਏ, ਚਿਬਕ ਅਮੋਲ ਸ਼ਬ ਹੇਰੇ ਨੇ ਲਭਾਵਾਈ। ਹੁਣ ਸ਼ਿੰਗਾਰ ਰਸ ਵਿੱਚ ਕਵੀ ਜੀ ਨੇ ਤੁਹਾਨੂੰ ਦੱਸਿਆ, ਜਿੱਥੇ ਜਿਹੜੀ ਚੀਜ਼ ਨਹੀਂ ਵੀ ਹੁੰਦੀ, ਸ਼ਿੰਗਾਰ ਰਸ ਨੂੰ ਪੂਰਾ ਕਰਦੇ। ਕਿਉਂ? ਜਦੋਂ ਕਵੀਆਂ 'ਚ ਫਿਰ ਕਵੀ ਬਹਿੰਦੇ ਨੇ, ਕਹਿੰਦੇ ਬਈ ਸ਼ਿੰਗਾਰ ਰਸ ਵਿੱਚ ਆਹ ਚੀਜ਼ ਤੂੰ ਛੱਡ ਗਿਆ। ਕਹਿੰਦੇ ਬਈ ਸਾਡੇ ਸਤਿਗੁਰੂ ਤਾਂ ਇਹ ਚੀਜ਼ ਪਾਉਂਦੇ ਨਹੀਂ। ਕਹਿੰਦੇ ਪਾਉਣ ਨਾ ਪਾਉਣ, ਪਰ ਸ਼ਿੰਗਾਰ ਰਸ ਤਾਂ ਪੂਰਾ ਚਾਹੀਦਾ ਨਾ, ਉੱਥੇ ਘੱਟ ਨਹੀਂ ਛੱਡਦੀ। ਹੁਣ ਕਹਿੰਦੇ ਕੁੰਡਲ ਕਪੋਲ ਪਰ, ਕੁੰਡਲ ਵੀ ਪਾ ਦਿੱਤੇ ਨੇ ਗੱਲਾਂ ਪਰ, ਔਰ ਕੰਨਾਂ ਦੇ ਉੱਤੇ ਜੀ ਪਾ ਲਏ। ਇਹ ਇੱਕ ਸ਼ਿੰਗਾਰ ਰਸ ਹੈ, ਇਹਨੂੰ ਨਾ ਸਮਝਣਾ। ਇਸ ਕਰਕੇ ਇਹ ਚੀਜ਼ ਦਾ ਮਾੜਾ ਪ੍ਰਭਾਵ ਨਹੀਂ ਲੈਣਾ। ਝਮਕਤ ਲੋਲ, ਚੰਚਲ ਸੋਹਣੇ ਜਿਹੜੇ ਨੇ ਭਏ, ਚਿਬਕ ਅਮੋਲ ਛਬ ਹੇਰੇ ਤੇ ਲੁਭਾਵਈ। ਇਸ ਕਰਕੇ ਠੋਡੀ ਦੇ ਵਿੱਚ ਇੱਕ ਛੋਟਾ ਜਿਹਾ ਡੂੰਘ ਜਿਹਾ ਹੁੰਦਾ, ਉਹਨੂੰ ਕਹਿੰਦੇ ਚਿਬਕ ਅਮੋਲ ਛਬ। ਔਰ ਠੋਡੀ ਦੇ ਵਿੱਚ ਮਾੜਾ ਜਿਹਾ ਅੰਦਾਜ਼ਾ ਲਾਓ ਤਾਂ ਡੂੰਘ ਜਿਹਾ ਪੈਂਦਾ ਗੁਰੂ ਨਾਨਕ ਸਾਹਿਬ ਦੇ। ਤੇ ਸੋਹਣੀ ਸੋਹਣੀ ਦਾੜੀ ਕਾਲੀ ਕਾਲੀ, ਤੇ ਲਾਲ ਚਿਹਰਾ, ਵੱਡੀਆਂ ਵੱਡੀਆਂ ਚਿੱਟੀਆਂ ਅੱਖਾਂ, ਮੱਥਾ ਚੰਦਰਮਾ ਵਰਗਾ ਚੌੜਾ ਹੋਵੇ, ਸਿਰ ਤੇ ਸੁੰਦਰ ਗੋਲ ਦਸਤਾਰ ਮਹਾਰਾਜ ਸਜਾਉਂਦੇ ਨੇ। ਔਰ ਐਸਾ ਸੁੰਦਰ ਸਰੂਪ ਬਣਾਇਆ ਹੋਇਆ ਗੁਰਾਂ ਨੇ। ਸਵਈਆ ਰਾਗ ਵਿਰੋਧ ਤੇ ਬ੍ਰਿਤਨ ਰੋਧਨ, ਆਦ ਤੇ ਰੀਤ ਸਦਾ ਜਿਨ ਕੀ। ਹੁਣ ਆਦ ਤੋਂ ਲੈ ਕੇ ਜਿਨ੍ਹਾਂ ਦੀ ਕੀ ਰੀਤੀ ਹੈ ਜੀ, ਕਹਿੰਦੇ ਮੋਹ ਤੋਂ ਰੋਕਣ ਦੀ ਤੇ ਬਿਰਤੀ ਨੂੰ ਇਕਾਗਰ ਕਰਨ ਦੀ ਰੀਤੀ, ਆਪਣੇ ਸਿੱਖ ਦੀ ਵੀ ਤੇ ਆਪਣੀ ਵੀ। ਔਰ ਆਦ ਤੋਂ ਲੈ ਕੇ ਸਰੂਪ ਇਹਨਾਂ ਦੀ ਰੀਤੀ ਮਹਾਰਾਜ ਦੀ। ਸਵੈ ਨ ਸਕੈ ਹਰਖੰ ਮਨ ਸੋਕ ਦੁਆਇ, ਜਿਉ ਦਲ ਕੰਜ ਜਲੰਗਣ ਕੀ। ਜਲੰਕਨ ਤੋਂ ਭਾਵ ਜਿਵੇਂ ਜਿਸ ਪ੍ਰਕਾਰ ਪਾਣੀ ਦੀ ਬੂੰਦ ਜਿਹੜੀ ਹੈ ਉਹ ਨਹੀਂ ਛੋਹ ਸਕਦੀ ਕਮਲ ਦੇ ਪੱਤੇ ਨੂੰ। ਕਮਲ ਦੇ ਪੱਤੇ 'ਚ ਖਾਸੀਅਤ ਹੁੰਦੀ ਆ, ਜੇ ਪਾਣੀ ਦੀ ਬੂੰਦ ਉੱਤੇ ਪੈ ਜੇ ਜਾਂ ਔਂਸ ਪੈ ਜੇ, ਉਹ ਉੱਥੋਂ ਹੀ ਥੱਲੇ ਤਿਲਕ ਕੇ ਡਿੱਗ ਪੈਂਦੀ। ਕਮਲ ਦਾ ਫੁੱਲ ਕਿਉਂਕਿ ਨਿਰਲੇਪ ਰਹਿੰਦਾ, ਇਸ ਕਰਕੇ ਉਹ ਉਦਾਹਰਨ ਦੇ ਕੇ ਇੱਥੇ ਦੱਸਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿ ਛਵੈ ਨਾ ਸਕੈ ਹਰਖੰ ਮਨ ਸ਼ੋਕ ਦਵੈ। ਦੋਨੋਂ ਚੀਜ਼ਾਂ ਹੀ ਨਹੀਂ ਮਨ ਨੂੰ ਛੋਹ ਸਕਦੀਆਂ ਮਹਾਰਾਜ ਦੇ, ਨਾ ਖੁਸ਼ੀ ਨਾ ਗਮੀ। ਦੋਨੋਂ ਚੀਜ਼ ਇਹ ਕਿਉਂਕਿ ਖੁਸ਼ੀ ਇੱਥੇ ਮਾਇਆਵੀ ਕਹੀ ਆ। ਮਾਇਆਵੀ ਖੁਸ਼ੀ ਬੰਦੇ ਨੂੰ ਆ ਗਈ, ਅੱਜ ਜਿਵੇਂ ਨਵਾਂ ਸਾਲ ਚੜਿਆ, ਇਹ ਮਾਇਆਵੀ ਖੁਸ਼ੀ ਹੁੰਦੀ, ਬਹੁਤ ਵਧਾਈਆਂ ਜੀ ਵਧਾਈਆਂ ਜੀ, ਤੇ ਕੱਲ ਨੂੰ ਫਿਰ ਕੋਈ ਹੋਰ ਹੀ ਸੁਣਾ ਦੇਣਗੇ ਆ ਕੇ। ਇਹ ਦੁਨਿਆਵੀ ਖੁਸ਼ੀ, ਵਿਆਹ ਦੀ ਖੁਸ਼ੀ, ਬੜਾ ਭੰਗੜਾ ਨਾਚ ਗਾਣਾ, 10 ਕੁ ਦਿਨਾਂ ਬਾਅਦ ਉਹ ਤਾਂ ਜੀ ਕੁਛ ਨਾ ਨਿਕਲਿਆ ਕੰਮ, ਉਹ ਤਾਂ ਐ ਲੜਾਈ ਹੋ ਗਈ, ਉਹ ਤਾਂ ਐ ਲੜਾਈ ਹੋ ਗਈ। ਉਹ ਕਾਹਦੀ ਖੁਸ਼ੀ ਹੈ? ਇਸ ਕਰਕੇ ਸੰਸਾਰੀ ਖੁਸ਼ੀ ਤੇ ਸੰਸਾਰੀ ਗਮ ਗੁਰੂ ਨਾਨਕ ਸਾਹਿਬ ਤੋਂ ਬਹੁਤ ਦੂਰ ਨੇ। ਉੱਥੇ ਸਿਰਫ ਆਨੰਦ ਹੀ ਆਨੰਦ ਹੈ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਏਕ ਸੇ ਆਨੰਦ ਮੈਂ ਮਗਨ, ਜਗ ਤਾਰਨ ਲੀਲਾ ਕਰੇ ਤਨ ਕੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕੋ ਜਿਹਾ ਸਰੂਪ, ਆਨੰਦਮਈ ਸਰੂਪ ਹੈ, ਇੱਕ ਰਸ ਹੈ ਸਰੂਪ ਉਹਨਾਂ ਦਾ। ਆਨੰਦ ਦੇ ਵਿੱਚ ਮਗਨ ਰਹਿੰਦੇ ਨੇ, ਸੰਸਾਰ ਨੂੰ ਤਾਰਨ ਦੀ ਲੀਲਾ ਕਰ ਰਹੇ ਨੇ। ਐਸੇ ਗੁਰੂ ਕੀ ਜੋ ਸਤ ਸੰਗਤ, ਸੇਵਤ ਕਿਆ ਉਪਮਾ ਤਨ ਕੀ। ਐਸੇ ਸੋਹਣੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਰੀਰ ਦੀ ਉਪਮਾ ਵੀ ਕੀ ਕਰੀਏ। ਐਸੇ ਸੋਹਣੇ ਸਤਿਗੁਰੂ ਜੋ ਸਤਸੰਗਤ ਉਹਨਾਂ ਦੀ ਸੇਵਦੇ ਨੇ, ਕਰਦੇ ਨੇ, ਬੈਠਦੇ ਨੇ ਸੰਗਤ ਵਿੱਚ ਆ ਕਰਕੇ, ਫਿਰ ਉਹਨਾਂ ਦੀ ਉਪਮਾ ਵੀ ਕੀ ਕਹੀਏ। ਗੁਰੂ ਨਾਨਕ ਸਾਹਿਬ ਦੀ ਉਪਮਾ ਤਾਂ ਹੈ ਹੀ ਆ, ਪਰ ਜਿਹੜੇ ਗੁਰਸਿੱਖ ਗੁਰੂ ਨਾਨਕ ਸਾਹਿਬ ਦੀ ਸੰਗਤ, ਗੁਰੂ ਗ੍ਰੰਥ ਸਾਹਿਬ ਦੀ ਸੰਗਤ 'ਚ ਬਹਿੰਦੇ ਨੇ ਆ ਕੇ, ਆਪਾਂ ਨੂੰ ਨਹੀਂ ਪਤਾ, ਆਪਾਂ ਤਾਂ ਸਮੇਂ ਸੁਤੇ ਸਿੱਧੇ ਆਏ ਹੋਏ ਆ। ਦੇਵਤਿਆਂ ਨੂੰ ਪੁੱਛੋ,
ਹੋਰ ਜੂਨਾਂ ਨੂੰ ਪੁੱਛੋ, ਉਹ ਕਹਿੰਦੇ ਧੰਨ ਹੈ ਗੁਰਸਿੱਖ ਬਹਿ ਕੇ ਬਾਣੀ ਸੁਣਦੇ ਆ, ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆ। ਉਹ ਆਪਾਂ ਨੂੰ ਧੰਨ ਕਹਿੰਦੇ ਆ, ਪਰ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਆਪਾਂ ਧੰਨ ਹੈ। ਬੜੀ ਵੱਡੀ ਗੱਲ ਹੈ ਇਹ। ਦੋਹਰਾ ਉਦਾਸੀਨ ਬ੍ਰਿਤ ਮੈਂ ਸਦਾ, ਸ੍ਰੀ ਬੇਦੀ ਕੁਲ ਕੇਤ। ਬੇਦੀਆਂ ਦੀ ਕੁਲ ਦੇ ਕੇਤ ਤੋਂ ਭਾਵ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਜੀ ਉਦਾਸੀਨ ਬਿਰਤੀ ਵਿੱਚ ਰਹਿੰਦੇ ਨੇ ਸਦਾ। ਅਸ ਵਿਦ ਦਿਵਸ ਬਿਤਾਵਾਈ, ਜਗ ਤਾਰਨ ਕੇ ਹੇਤ। ਇਸ ਤਰੀਕੇ ਨਾਲ ਜਗ ਨੂੰ ਤਾਰਨ ਲਈ ਦਿਨ ਬਤੀਤ ਕਰਦੇ ਨੇ, ਕਿਉਂਕਿ ਮਾਇਆ ਤਾਂ ਹੈ ਹੀ ਨਹੀਂ ਉੱਥੇ। ਗੁਰੂ ਨਾਨਕ ਦੇਵ ਜੀ ਵਿੱਚ ਮਾਇਆ ਨਹੀਂ, 12 ਕੋ ਦੂਰ ਰੱਖੀ ਹੋਈ ਮਾਇਆ ਮਹਾਰਾਜ ਜੀ ਨੇ। ਕਬਿਤ ਬਹੁਰੋ ਜੈ ਰਾਮ ਚਲ ਆਇਓ, ਸਸਰਾਮ ਧਾਮ ਜਾਂ ਕੋ ਅਬ ਰਾਮ ਵੇਖ ਲੈਨੇ ਹਿਤ ਨਾਨਕੀ। ਭਾਈਆ ਜੈ ਰਾਮ ਜੀ ਹੁਣ ਸੁਲਤਾਨਪੁਰ ਸਾਹਿਬ ਤੋਂ ਚੱਲ ਕੇ ਰਾਏ ਭੋਇੰ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਘਰ ਪਹੁੰਚੇ ਨੇ। ਕਾਹਦੇ ਲਈ? ਕਿ ਹੁਣ ਬੇਬੇ ਨਾਨਕੀ ਜੀ ਨੂੰ ਅਸੀਂ ਲੈ ਕੇ ਜਾਣਾ ਹੈ। ਇਉਂ ਬੜਾ ਹੀ ਸੁੰਦਰ ਜਿਨ੍ਹਾਂ ਦਾ ਲਿਬਾਸ ਹੈ, ਸੁੰਦਰ ਵੇਸ਼ ਹੈ। ਤਨ ਕਾ ਬੁਲਾਰਣ ਬੁਲਾਈ ਪਠਾ ਤਤਕਾਲ, ਆਏ ਮਿਲਿਆ ਭਰੀਤ ਕਰੀ ਸਨਮਾਨ ਕੀ। ਕਿਉਂਕਿ ਉਦੋਂ ਜਿਨ੍ਹਾਂ ਦਾ ਰਾਜ ਸੀ ਸਾਰਾ, ਇਸ ਕਰਕੇ ਰਾਏ ਬੁਲਾਰ ਜੀ ਨਵਾਬ ਨੇ, ਤੇ ਇਹ ਨਵਾਬ ਦੌਲਤ ਖਾਨ ਦੇ ਨੌਕਰ ਸਨ। ਭਾਈਆ ਜੈ ਰਾਮ ਚੰਗੀ ਥਾਂ ਤੇ ਲੱਗੇ ਸਨ ਉੱਥੇ, ਅੱਗੇ ਚੱਲ ਕੇ ਸਾਰਾ ਦੱਸਣਗੇ। ਉਸ ਵਕਤ ਸੁਨੇਹਾ ਭੇਜ ਕੇ ਰਾਏ ਬੁਲਾਰ ਜੀ ਨੇ ਭਾਈਆ ਜੈ ਰਾਮ ਜੀ ਨੂੰ ਆਪਣੇ ਕੋਲ ਬੁਲਾਇਆ ਵੀ ਮੇਰੀ ਗੱਲ ਸੁਣ ਕੇ ਜਾਣਾ, ਕੋਈ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ। ਕੁਸਲ ਪ੍ਰਸੰਗ ਕਰ ਰੇਦੇ ਮੈਂ ਆਨੰਦ ਧਾਰ, ਬੋਲਿਓ ਸਮਝਾਨ ਹਿਤ ਵਿਦ ਗਤ ਦਾਨ ਕੀ। ਹੁਣ ਕੁਸ਼ਲ ਪੁੱਛਿਆ, ਸੁਖ ਸਾਂਦ ਹੈ ਪਿਤਾ ਜੀ ਤੁਹਾਡੇ? ਠੀਕ, ਪਰਿਵਾਰ ਠੀਕ, ਰਸਤੇ 'ਚ ਕੋਈ ਤੰਗੀ ਤਾਂ ਨਹੀਂ ਹੋਈ? ਐ ਸਾਰਾ ਕੁਝ ਪੁੱਛ ਕੇ ਬੜੇ ਪਿਆਰ ਦੇ ਨਾਲ ਮਨ ਦੇ ਅੰਦਰ ਆਨੰਦ ਧਾਰ ਕੇ ਸਮਝਾਉਣ ਦੀ ਵਿਧੀ ਨਾਲ ਇਸ ਤਰ੍ਹਾਂ ਬੋਲੇ ਨੇ। ਮੁਕਤੀ ਦਾਤਾ ਗੁਰੂ ਨਾਨਕ ਦੇਵ ਜੀ ਬਾਰੇ ਸਲਾਹ ਕਰਨੀ ਹੈ ਤੇ ਇਹਨਾਂ ਨੂੰ ਇੱਥੋਂ ਬਾਬਾ ਕਲਿਆਣ ਚੰਦ ਜੀ ਦੇ ਕੋਲ ਪਰੇਸ਼ਾਨ ਹੁੰਦੇ ਰਹਿੰਦੇ ਨੇ। ਇਹਨਾਂ ਨੂੰ ਕਿਉਂ ਨਾ ਸੁਲਤਾਨਪੁਰ ਸਾਹਿਬ ਹੀ ਕੋਈ ਰਾਜੇ ਦੇ ਦਰ ਤੇ ਉੱਥੇ ਨੌਕਰੀ ਮਿਲ ਜਾਏ, ਸੌਖੀ ਜੀ ਨੌਕਰੀ ਹੋਏਗੀ, ਨਾਲੇ ਗੁਜਰਾਨ ਹੋਏਗਾ, ਨਾਲੇ ਪਿਤਾ ਖੁਸ਼ ਰਹੇਗਾ, ਨਾਲੇ ਗੁਰੂ ਨਾਨਕ ਦੇਵ ਜੀ ਨਾਮ ਜਪਿਆ ਕਰਨਗੇ। ਕਲਾਵਾਨ ਨਾਨਕ ਸੁਜਾਨ ਕੋ ਤੂੰ ਭਲੇ ਮਾਨ, ਕਲਹ ਕਰਤ ਕਾਲੂ ਸਮਝ ਨਾ ਸਿਆਨ ਕੀ। ਬਾਬਾ ਰਾਏ ਬੁਲਾਰ ਜੀ ਕਹਿੰਦੇ, ਦੇਖੋ ਭਾਈਆ ਜੈ ਰਾਮ ਜੀ ਨੂੰ ਕਹਿੰਦੇ, ਦੇਖੋ ਬੇਟਾ ਐਸਾ ਹੈ ਕਿ ਇਹ ਜਿਹੜਾ ਕਲਿਆਣ ਚੰਦ ਕਾਲੂ ਨਾਮ ਉਦੋਂ ਲੋਕਾਂ ਦਾ ਪ੍ਰਚਲਿਤ ਨਾਮ ਸੀ, ਕਹਿੰਦੇ ਇਹਨੂੰ ਕੋਈ ਸਿਆਣਪ ਵਾਲੀ ਗੱਲ ਨਹੀਂ ਕਰਦਾ। ਇਹ ਕਲਾਵਾਨ ਨੇ ਗੁਰੂ ਨਾਨਕ ਦੇਵ ਜੀ, ਸੋ ਇਹਨਾਂ ਨੂੰ ਤਾਂ ਚੰਗੀ ਤਰ੍ਹਾਂ ਮਨ ਬਹੁਤ ਉੱਚੇ ਨੇ। ਫਿਰ ਸਾਖੀ ਸੁਣਾਈ, ਸੱਪ ਨੇ ਛਾਂ ਕੀਤੀ, ਫਿਰ ਦਰਖਤ ਦੀ ਛਾਂ ਨਹੀਂ ਘੁੰਮੀ, ਇੱਥੇ ਖੇਤੀ ਹਰੀ ਕਰਤੀ, ਚੰਗਾ ਪ੍ਰਭਾਵਿਤ ਕੀਤਾ। ਬੇਬੇ ਨਾਨਕੀ ਨੇ ਵੀ ਕੀਤਾ ਔਰ ਸੋਹਣੀ ਪ੍ਰਚਾਰ ਦੇ ਨਾਲ ਦੱਸਿਆ ਕਿ ਰੱਬ ਹੈ, ਰੱਬ ਇਹਦੀ ਸੇਵਾ ਕਰਨੀ ਸਾਡਾ ਫਰਜ਼ ਬਣਦਾ ਹੈ। ਇਹ ਕਲਿਆਣ ਚੰਦ ਨਹੀਂ ਪਤਾ ਕਿਸੇ ਗੱਲ ਦਾ, ਇਹ ਝਗੜਾ ਹੀ ਕਰਦਾ ਰਹਿੰਦਾ ਗੁਰੂ ਨਾਨਕ ਸਾਹਿਬ ਨਾਲ। ਮੇਰੋ ਕਹਿਓ ਮਾਨ ਨੇ ਜੇ ਰਾਖੋ ਘਰ ਮਾਨ ਸਨ, ਉੱਤੇ ਕਿਤ ਥਾਨ ਵਿਦ ਵਹਾਏ ਖੇਮ ਲੀਜੀਏ। ਮੇਰਾ ਤਾਂ ਕਿਹਾ ਤੂੰ ਮੰਨੇ ਤਾਂ ਤੇਰੇ ਤਾਂ ਬਸ ਕੋਲਾਂ ਤਰ ਜਾਣਗੀਆਂ ਔਰ ਤੁਹਾਡਾ ਭਲਾ ਹੋ ਜਾਏਗਾ। ਤੂੰ ਏਦਾਂ ਕਰ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੜੇ ਆਦਰ ਨਾਲ ਨਾ ਇਹਨਾਂ ਨੂੰ ਇਉਂ ਕਰ, ਉਧਰ ਹੀ ਲੈ ਜਾ ਕਿਸੇ ਥਾਂ ਦੇ ਉੱਤੇ। ਮੈਂ ਤਾਂ ਕਹਿੰਦਾ ਨੌਕਰੀ ਲਵਾ ਦੇ, ਵਿਆਹ ਵੀ ਉੱਥੇ ਹੀ ਕਰ ਦੇਵੀਂ, ਇੱਥੇ ਲੋੜ ਨਹੀਂ ਲਿਆਉਣ ਦੀ। ਇਹ ਜਿਹੜਾ ਕਲਿਆਣ ਚੰਦ ਹੈ ਇਹ ਦੁਨਿਆਵੀ ਬੰਦਾ, ਸੰਸਾਰੀ ਮਾਇਆਵੀ, ਇਹ ਰੱਬ ਰੂਪ ਨੇ। ਇਸ ਕਰਕੇ ਮੇਰੀ ਸਲਾਹ ਮੰਨ, ਕਿਉਂਕਿ ਇਹ ਤੈਨੂੰ ਮੈਂ ਕਹਾ ਨਵਾਬ ਦੌਲਤ ਖਾਨ ਮੇਰੇ ਵੱਲੋਂ ਕਹੀਂ ਵੀ ਨਵਾਬ ਸਾਹਿਬ ਨੇ ਕਿਹਾ, ਸੇਵਾ ਸਭ ਭਾਂਤ ਸੋ ਮਿਟਾਏ, ਮਨ ਪ੍ਰਾਂਤ ਮੀਤਾ, ਭੂਲ ਹੋ ਨਾ ਪ੍ਰਤਕੂਲ ਹੋਣੀ ਮਤ ਕੀਜੀਏ। ਸਾਰੇ ਤਰੀਕੇ ਦੇ ਨਾਲ ਇਹਨਾਂ ਦੀ ਸੇਵਾ ਕਰਨੀ ਹੈ। ਮਨ ਦੇ ਅੰਦਰ ਜਿਹੜੀ ਭ੍ਰਾਂਤ ਹੁੰਦੀ ਨਾ ਪਈ ਹੋਈ ਪੜਦੇ, ਉਹ ਲਾ ਦੀ। ਇਹ ਨਾ ਕਹੀਂ ਇਹ ਰਿਸ਼ਤੇਦਾਰੀ ਹੈ, ਨਾ ਰਿਸ਼ਤੇਦਾਰ ਜਾਣ ਕੇ ਨਾ ਸੇਵਾ ਕਰੀ। ਤੂੰ ਇਹਨਾਂ ਨੂੰ ਰੱਬ ਰੂਪ ਜਾਣ ਕੇ ਇਹਨਾਂ ਦੀ ਸੇਵਾ ਕਰੀ ਔਰ ਭੁੱਲ ਕੇ ਵੀ ਕਦੇ ਉਲਟ ਨਾ ਕਰੀ। ਕੋਈ ਗੱਲ ਜਿਵੇਂ ਕਹਿਣ ਨਾ ਵੀ ਦਿਨ ਹੈ, ਬਸ ਤੂੰ ਕਹਿ ਦੇ ਹਾਂ ਦੇਣੀ ਆ, ਭਾਵੇਂ ਅੱਧੀ ਰਾਤ ਹੀ ਹੋਵੇ। ਜੋ ਇਹ ਕਹੀ ਜਾਣਗੇ ਤੂੰ ਕਰੀ ਜਾਈ, ਕਿਉਂਕਿ ਇਹ ਤੈਨੂੰ ਮੈਂ ਬੜੀ ਇੱਕ ਸੇਵਾ ਵਾਲੀ ਗੱਲ ਦੱਸ ਦਿੰਦਾ ਕਿ ਇਹਨਾਂ ਦੀ ਸੇਵਾ ਕਰਕੇ ਤੈਨੂੰ ਬਹੁਤ ਕੁਝ ਮਿਲਣਾ ਹੈ।
ਪ੍ਰਤੀਕੂਲ ਮਤ ਕਦੇ ਨਹੀਂ ਕਰਨੀ। ਗੁਰੂ ਨਾਨਕ ਸਾਹਿਬ ਦੀ ਆਗਿਆ ਦੇ ਵਿੱਚ ਰਹਿਣਾ ਹਮੇਸ਼ਾ। ਸਵਾਰਥ ਪਰਮਾਰਥ ਮੈਂ ਜਨਮ ਪਦਾਰਥ ਕੋ, ਚਾਹੋ ਚਿਤ ਸਕਾਰਥਾ ਕੋ ਨੀਕੇ ਲੱਖ ਲੀਜੀਏ। ਚੰਗੀ ਤਰ੍ਹਾਂ ਜਾਣ ਲੈ ਕਿ ਜੇ ਜਨਮ ਨੂੰ ਸਫਲਾ ਕਰਨਾ, ਸਵਾਰਥ ਛੱਡ ਦੇ, ਪਰਮਾਰਥ ਦਾ ਰਸਤਾ ਤੈਨੂੰ ਇਹ ਦੇਣਗੇ। ਅੱਲਾਹ ਪਾਕ ਦੇ ਨਾਲ ਮਿਲਾਉਣ। ਖੁਦ ਅੱਲਾਹ ਆਇਆ ਹੋਇਆ ਸੰਸਾਰ ਤੇ। ਦੇਖੋ ਮੁਸਲਮਾਨਾਂ ਦੀ ਵੀ ਸ਼ਰਧਾ ਰਹੀ, ਗੁਰੂ ਨਾਨਕ ਸਾਹਿਬ ਤੇ ਹੁਣ ਵੀ ਉਹਨਾਂ ਦੀ ਬਹੁਤ ਸ਼ਰਧਾ। ਕਿਹਾ ਸੀ ਨਾ ਹਰਦਿਆਲ ਪ੍ਰੋਤ ਨੇ ਵੀ ਕਿਸੇ ਨੂੰ ਤਾਂ ਉਹ ਮੰਨਦੇ ਨੇ, ਹਿੰਦੂ ਹੀ ਮੰਨਦੇ, ਮੁਸਲਮਾਨ ਨਹੀਂ ਮੰਨਦੇ। ਕਿਸੇ ਨੂੰ ਮੁਸਲਮਾਨ ਮੰਨਦੇ, ਉਹਨੂੰ ਹਿੰਦੂ ਨਹੀਂ ਮੰਨਦੇ। ਇਹ ਤਾਂ ਸਾਰਾ ਜੱਗ ਹੀ ਮੱਥਾ ਟੇਕੇਗਾ। ਇਸ ਕਰਕੇ ਸਾਰੇ ਹੀ ਪ੍ਰਭਾਵਿਤ ਹਨ ਮਹਾਰਾਜ ਜੀ ਤੋਂ। ਏਕ ਤਾਂ ਕਹੈ ਨ ਮੇਰੋ, ਦੂਜੇ ਸਨ ਬੰਧ ਤੇਰੋ, ਤੀਜੇ ਨਿਜ ਭਲਾ ਹੇਰੋ, ਸੇਵਾ ਮੈਂ ਪ੍ਰਸੀਜੀਏ। ਇੱਕ ਤਾਂ ਮੇਰਾ ਕਹਿਣਾ ਮੰਨ ਲੈ, ਦੂਜਾ ਤੁਹਾਡਾ ਚਲੋ ਆਪਸ ਵਿੱਚ ਸੰਬੰਧ ਵੀ ਹੈ, ਰਿਸ਼ਤੇਦਾਰੀ ਵੀ, ਤੀਜਾ ਤੇਰਾ ਭਲਾ ਹੈ, ਚੌਥਾ ਸੇਵਾ ਕਰ, ਸੇਵਾ ਕਰਕੇ ਪ੍ਰਸੀਜ, ਇਹਨਾਂ ਨੂੰ ਪ੍ਰਸੰਨ ਕਰ ਲੈ। ਇਹਨਾਂ ਦੇ ਮੁਖ ਚੋਂ ਇੱਕ ਵਾਰ ਨਿਕਲ ਗਿਆ ਨਾ ਕੋਈ ਵੀ ਬਚਨ, ਬਸ ਤੇਰਾ ਲੋਕ ਪੁਰਲੋਕ ਸਮਰ ਜਾਏਗਾ। ਦੋਹਰਾ ਕਲਹੀ ਕਾਲੂ ਕਲਹ ਕਰ, ਜਾਂਤੇ ਰਹਿ ਉਦਾਸ। ਇਹ ਜਿਹੜਾ ਕਲਿਆਣ ਚੰਦ ਹੈ ਕਲਹੀ ਹੈ, ਬੜਾ ਝਗੜਾਲੂ ਹੈ, ਹਰ ਵਕਤ ਅੱਖਾਂ ਲਾਲ ਰੱਖਣੀਆਂ, ਬੀਪੀ ਹਾਈ ਰਹਿੰਦਾ, ਹਰ ਟਾਈਮ ਗੁੱਸੇ 'ਚ ਹੀ ਰਹਿੰਦਾ। ਇਸ ਕਰਕੇ ਇਹ ਲੜਦਾ ਹੀ ਰਹਿੰਦਾ। ਤਾਂ ਤੇ ਮੈਂ ਇਹ ਚਾਹੁੰਦਾ ਵੀ ਇਹੋ ਜਿਹੇ ਕੋਮਲ ਨੂੰ, ਸੁੰਦਰ ਨੂੰ, ਸੋਹਣੇ ਨੂੰ, ਇਹ ਕਮਲ ਦੇ ਫੁੱਲ ਨੂੰ ਆਪਾਂ ਬਾਬੇ ਕਲਿਆਣ ਚੰਦ ਦੀ ਛਾਇਆ ਤੋਂ ਦੂਰ ਹੀ ਰੱਖੀਏ ਭਾਈ। ਜਾਹੋ ਜਬ ਹੈ ਨਿਜ ਸਦਨ ਕੋ, ਪੁਨ ਪਠਾਵੋ ਤਉ ਪਾਸ। ਸੋ ਜਦੋਂ ਇਸ ਤਰੀਕੇ ਨਾਲ ਜਦੋਂ ਤੂੰ ਚਲਾ ਜਾਏਗਾ ਉੱਥੇ, ਮੈਂ ਫਿਰ ਤਰੀਕੇ ਨਾਲ ਕਾਲੂ ਨੂੰ ਸਮਝਾਵਾਂਗਾ, ਕਹਾਂਗਾ ਵੀ ਉੱਥੇ ਨੌਕਰੀ ਮਿਲ ਜਾਣੀ, ਉੱਥੇ ਵਿਆਹ ਹੋ ਜਾਣਾ, ਉੱਥੇ ਇੰਨੀ ਤਨਖਾਹ ਮਿਲਣੀ ਆ, ਫਿਰ ਤੈਨੂੰ ਇੰਨੇ ਪੈਸੇ ਭੇਜੂਗਾ, ਫਿਰ ਮੰਨ ਜਾਏਗਾ। ਮੈਂ ਤਰੀਕੇ ਨਾਲ ਇਹਨੂੰ ਫਿਰ ਉੱਥੇ ਭੇਜਾਂਗਾ, ਸੰਭਾਲ ਤੂੰ ਲਈ, ਜਾ ਕੇ ਰਾਜੇ ਨਾਲ ਹੁਣੇ ਗੱਲ ਕਰ ਲੈ, ਉੱਥੇ ਨੌਕਰੀ ਖਾਲੀ ਦੇਖ ਲੈ, ਜਿੱਥੇ ਖਾਲੀ ਪਈ ਹੋਈ ਨੌਕਰੀ ਸੌਖੀ ਜੀ ਹੋਵੇ, ਬਾਹਲੀ ਔਖੀ ਨਹੀਂ ਕਰਾਉਣਾ ਆਪਾਂ ਇਹਨਾਂ ਤੋਂ ਕੰਮ, ਇੱਕ ਬਹਾਨਾ ਹੀ ਬਣਾਉਣਾ ਉੱਥੇ ਭੇਜਣ ਦਾ। ਸਵਈਆ ਜੈ ਰਾਮ ਤਵੈ ਹਰ ਖਾਏ ਹਿਰਦੈ ਕਹੈ, ਭਾਗ ਜਗੇ ਆਪਣੇ ਵੱਡ ਜਨ। ਭਾਈ ਜਾ ਰਾਮ ਜੀ ਹੱਥ ਜੋੜ ਕਹਿੰਦੇ ਆ ਤਾਂ ਮੇਰੇ ਦਿਲ ਦੀ ਗੱਲ ਕਰਤੀ। ਮੈਂ ਤੇ ਇਹਨਾਂ ਨੂੰ ਉੱਥੇ ਕਿਹਾ ਸੀ ਮੇਰੇ ਕੋਲ ਰਹੋ ਜੀ, ਬਹੁਤ ਖੁਸ਼ੀ ਦੀ ਗੱਲ ਹੈ ਜੀ, ਇਹ ਤਾਂ ਤੁਸੀਂ ਨਾ ਬਹੁਤ ਚੰਗਾ ਕੀਤਾ, ਮੇਰੇ ਤਾਂ ਭਾਗ ਜਾ ਕੇ, ਮੇਰੇ ਚੰਗੇ ਭਾਗ ਨੇ ਵੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ ਮੈਨੂੰ। ਜਿਨ ਕੀ ਉਪਮਾ ਤੁਮ ਆਪ ਕਰੋ, ਸੋ ਚੱਲੈ ਮਮ ਧਾਮ ਕਰਤਾਰਥਨ ਮਾਨੋ। ਜਿਨ੍ਹਾਂ ਦੀ ਤੁਸੀਂ ਉਪਮਾ ਕਰਦੇ ਹੋ ਰਾਏ ਬਲਾਰ ਜੀ, ਬਸ ਫਿਰ ਉਹ ਤਾਂ ਛੋਟੇ ਨਾ ਹੋ ਸਕਦੇ, ਕਿਉਂਕਿ ਤੁਸੀਂ ਤਾਂ ਆਪ ਰੱਬ ਦੇ ਬੜੇ ਪਿਆਰੇ ਹੋ, ਭਗਤ ਹੋ, ਨਵਾਬ ਹੋ। ਤੁਹਾਡਾ ਸਤਿਕਾਰ ਤਾਂ ਉੱਤੇ ਸਰਕਾਰੇ ਦਰਬਾਰੇ ਤੱਕ ਹੈ, ਭਗਤਾਂ ਵਿੱਚ ਹੈ, ਸੰਤਾਂ ਵਿੱਚ ਹੈ। ਇਹਦਾ ਮਤਲਬ ਤੁਹਾਨੂੰ ਸਭ ਕੁਝ ਪਤਾ ਹੈ। ਜਿਨ੍ਹਾਂ ਦੀ ਤੁਸੀਂ ਆਪ ਉਪਮਾ ਕਰਦੇ ਹੋ ਉਹ ਮੇਰੇ ਨਾਲ ਮੇਰੇ ਘਰ ਜਾਣਗੇ, ਮੈਨੂੰ ਕਿਰਤਾਰਥ ਕਰਨਗੇ, ਨਿਹਾਲ ਕਰਨਗੇ। ਤਨ ਤੇ ਮਨ ਤੇ ਜਨ ਤੇ ਸਭ ਆਏ ਸਮੈ ਦਿਨ ਕੀ ਸਿਰ ਠਾਨ। ਇਹ ਨਾ ਕਹੋ ਵੀ ਮੈਂ ਉਹਨਾਂ ਦੀ ਆਗਿਆ ਨੇ ਮੈਨੂੰ ਧਨ ਕਰਕੇ ਜਿੰਨੀ ਸੇਵਾ ਵੱਧ ਤੋਂ ਵੱਧ ਹੋਏਗੀ ਕਰਾਂਗਾ, ਸਰੀਰ ਕਰਕੇ ਕਰਾਂਗਾ, ਮਨ ਕਰਕੇ ਕਰਾਂਗਾ। ਇਸ ਤਰ੍ਹਾਂ ਹੀ ਮੈਂ ਜਨ ਕਰਕੇ ਮੈਂ 2 ਸੇਵਾਦਾਰ ਰੱਖਾਂਗਾ ਇਹਨਾਂ ਤੇ, ਹਰ ਟਾਈਮ ਇਹਨਾਂ ਰੋਟੀ ਪਾਣੀ ਕੱਪੜਾ ਲੀੜੇ ਦਾ ਖਿਆਲ ਬਿਲਕੁਲ ਐਨ ਚਿੰਤਾ ਨਾ ਕਰੋ। ਦੇਖੋ ਕਿੰਨੀ ਸੇਵਾ ਲਈ ਤਨ ਮਨ ਧਨ ਕਰਕੇ, ਨੌਕਰਾਂ ਕਰਕੇ, ਸਰਕਾਰੀ ਤੌਰ ਤੇ ਜਿੱਦਣ ਨੂੰ ਜਾਣਗੇ, ਕੋਈ ਬੱਗੀ ਚਾਹੀਦੀ, ਕੋਈ ਘੋੜਾ ਚਾਹੀਦਾ, ਕੋਈ ਸੇਵਾਦਾਰ ਚਾਹੀਦੇ, ਤੁਸੀਂ ਇਉਂ ਨਾ ਚਿੰਤਾ ਕਰੋ, ਮੈਂ ਸਾਰੇ ਤਰ੍ਹਾਂ ਦੀ ਸੇਵਾ ਕਰਾਂਗਾ ਗੁਰੂ ਨਾਨਕ ਦੇਵ ਜੀ ਦੀ, ਮੈਂ ਇਹਨਾਂ ਦੀ ਆਗਿਆ 'ਚ ਰਹਾਂਗਾ। ਹੋਰ ਦੱਸੋ ਵੇ, ਜਿਵੇਂ ਕਹਿਣਗੇ ਨਾ ਮੈਂ ਇਹਨਾਂ ਦੀ ਆਗਿਆ ਤੋਂ ਬਾਹਰ ਕਦੇ ਵੀ ਨਹੀਂ ਜਾਵਾਂਗਾ। ਕਹਿ ਜਾਓ ਉਠ ਬੰਧਨ ਕੀਨ ਬਲਾਰ ਕੋ, ਹੋਏ ਵਿਦਾ ਸੋ ਨਕੇਤ ਸਿਧਾਨਾ। ਇਉਂ ਕਹਿ ਕਰਕੇ ਮੱਥਾ ਟੇਕਿਆ ਰਾਏ ਬਲਾਰ ਜੀ ਨੂੰ, ਵਿਦਾ ਹੋਏ, ਫਿਰ ਆਪਣੇ ਘਰ ਨੂੰ ਗਏ। ਸੋਰਠਾ ਲੀਨ ਭਾਰ ਜਾ ਸਾਥ, ਡੋਲੇ ਮਹਿ ਚੜਵਾਏ ਕਰ। ਉਸ ਵਕਤ ਲੈ ਕਰਕੇ ਬੇਬੇ ਨਾਨਕੀ ਜੀ ਨੂੰ ਡੋਲੇ ਦੇ ਵਿੱਚ ਬਿਠਵਾਇਆ। ਕਹਾਰ ਚੱਕਦੇ ਹੁੰਦੇ ਸੀ ਪਹਿਲਾਂ, ਕਹਾਰਾਂ ਨੇ ਚੁੱਕਿਆ ਡੋਲਾ, ਔਰ ਅੱਗੇ ਘੋੜੇ ਦੇ ਉੱਤੇ ਸਵਾਰ ਹੋ ਕੇ ਨਾਲ ਸਿਪਾਹੀ ਵੀ ਆਏ, ਔਰ ਨਾਲ ਨਾਲ ਹੋਰ ਵੀ ਜਾਣੇ ਰਿਸ਼ਤੇਦਾਰ ਵੀ ਆਏ, ਬੜੇ ਸਤਿਕਾਰ ਨਾਲ ਲੈ ਕੇ ਚੱਲੇ ਹਨ। ਮਿਲ ਸ੍ਰੀ ਨਾਨਕ ਸਾਥ, ਸਾਸ ਸਸੁਰ ਕੋ ਨਮੋ ਕਰ। ਧੰਨ ਗੁਰੂ ਨਾਨਕ ਦੇਵ ਜੀ ਨੂੰ ਬੜੇ ਪਿਆਰ ਨਾਲ ਮਿਲੇ ਨੇ, ਸੱਸ ਤੇ ਸਹੁਰੇ ਨੂੰ, ਭਾਵ ਜੋ ਬਾਬਾ ਕਲਿਆਣ ਚੰਦ ਜੀ ਨੂੰ ਔਰ ਮਾਤਾ ਤ੍ਰਿਪਤਾ ਜੀ ਨੂੰ
ਪੈਰੀ ਪੈਣਾ ਕਰਕੇ ਭਾਈਆ ਜੈ ਰਾਮ ਜੀ ਚੱਲੇ ਹਨ। ਸਨੇ ਸਨੇ ਪ੍ਰਸਥਾਨ ਜੁਤ ਦਾਸਨ ਕੇ ਘਰ ਗਇਓ। ਹੌਲੀ ਹੌਲੀ ਆਪਣੇ ਦਾਸਾਂ ਦੇ ਸਮੇਤ ਆਏ ਸੀ, ਪ੍ਰਸਥਾਨ ਕਰਕੇ ਫਿਰ ਹੌਲੀ ਹੌਲੀ ਆਪਣੇ ਘਰ ਪਹੁੰਚ ਗਏ। ਸਿਮਰਤ ਸਤਿ ਬਖਾਨ ਸ੍ਰੀ ਨਾਨਕ ਕੋ ਦੰਪਤੀ। ਹੁਣ ਜਦੋਂ ਘਰੇ ਇਕੱਠੇ ਬੈਠਦੇ ਨੇ, ਉਸ ਵਕਤ ਭਾਈਆ ਜੈ ਰਾਮ ਜੀ ਨੇ ਬੇਬੇ ਨਾਨਕੀ ਜੀ ਨੂੰ ਦੱਸਿਆ, ਮੈਨੂੰ ਰਾਇਵਲਾਰ ਜੀ ਨੇ ਬੁਲਾਇਆ ਸੀ। ਮੈਂ ਹੈਰਾਨ ਹੈ, ਏਡੇ ਵੱਡੇ ਨਵਾਬ ਜੀ ਨੇ ਇਲਾਕੇ ਦੇ ਵਿੱਚ, ਉਹਨਾਂ ਦਾ ਇੰਨਾ ਨਾਂ ਹੈ। ਉਹ ਕਹਿੰਦੇ ਸੀ ਇਹ ਤਾਂ ਆਪ ਰੱਬ ਹੈ, ਇਹ ਤਾਂ ਅੱਲਾਹ ਤਾਲਾ ਆਇਆ ਹੋਇਆ, ਤੂੰ ਸੇਵਾ ਕਰ। ਮੈਨੂੰ ਉਹਨਾਂ ਨੇ ਇਸ ਤਰ੍ਹਾਂ ਬਹੁਤ ਸਮਝਾਇਆ ਹੈ। ਸਵਈਆ ਤਾਂ ਪਸ ਚਾਤ ਰਹੇ ਜਸ ਭਾਂਤ ਕਹੋ ਤਸ ਗਾਥ ਸੁਨੋ ਸੁਖਦਾਨੀ। ਉਸ ਤੋਂ ਬਾਅਦ ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਹੇ ਇੱਥੇ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਵਿਖੇ, ਸੁਖਾਂ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਅਥਵਾ ਹੈ ਸੁਖਦਾਨੀ ਗੁਰੂ ਅੰਗਦ ਦੇਵ ਮਹਾਰਾਜ, ਉਹ ਅੱਗੇ ਸੁਣੋ ਜੀ। ਜੋਗ ਕੀ ਰੀਤ ਨਕੇਤ ਵਿਖੈ ਵਰਤੈ ਨਿਰਲੇਪ ਬਖੇਪ ਹਾਨੀ। ਹੁਣ ਗੁਰੂ ਨਾਨਕ ਦੇਵ ਜੀ ਆਪਦੇ ਘਰ 'ਚ ਰਹਿੰਦੇ ਨੇ ਵਿਖੇਪਤਾ ਤੋਂ ਰਹਿਤ। ਵਿਖੇਪਤਾ ਹੁੰਦੀ ਆ ਨਾਨਾਪੁਣਾ, ਉਹ ਇਸ ਤਰ੍ਹਾਂ ਇਹ ਪਰਦੇ ਹੁੰਦੇ ਨੇ, ਅਵਰਨ ਦਾ ਪਰਦਾ, ਅਵਰਨ ਮਤਲਬ ਹੁੰਦਾ ਹੀ ਪਰਦਾ। ਇਸ ਕਰਕੇ ਵਿਖੇਪਤਾ ਤੋਂ ਬਿਨਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਲ ਵਿਖੇਪ ਅਵਰਨ ਤੋਂ ਬਿਨਾਂ, ਮੈਲ ਵੀ ਨਹੀਂ ਹੈ, ਪਰਦਾ ਵੀ ਨਹੀਂ ਹੈ ਤੇ ਨਾਨਾਪੁਣਾ ਵੀ ਨਹੀਂ ਹੈ। ਹਰ ਇੱਕ ਦੇ ਵਿੱਚ ਵਾਹਿਗੁਰੂ ਦੀ ਜੋਤ ਭਾਵ ਆਪਣੀ ਜੋਤ ਨੂੰ ਦੇਖਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਜੋਗ, ਜਿਵੇਂ ਯੋਗੀ ਹੁੰਦਾ ਨਾ ਜੰਗਲਾਂ 'ਚ, ਵਿਰਾਗੀ, ਤਿਆਗੀ, ਜਤੀ, ਸਤੀ, ਸੰਨਿਆਸੀ ਰਹਿੰਦੇ ਗ੍ਰਸਥ ਵਿੱਚ ਨੇ, ਪਰ ਰਹਿੰਦੇ ਨੇ ਯੋਗ ਮਾਰਗ ਵਾਂਗੂ। ਰਹਿੰਦਿਆਂ ਹੋਇਆਂ ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਜੈਸ ਬਦੇਹ ਰਹਿਓ ਗ੍ਰਸਤਾਸ਼ਰਮ ਹੈ ਅਜਲੋ ਪ੍ਰਤਛ ਕਹਾਣੀ। ਸੋ ਜਿਸ ਪ੍ਰਕਾਰ ਰਾਜਾ ਜਨਕ ਵਿਦੇਹੀ ਕਹਿੰਦੇ ਨੇ ਰਿਹਾ ਨਾ ਆਪਣੇ ਗ੍ਰਸਤ ਦੇ ਵਿੱਚ, ਇੰਨੀਆਂ ਫੌਜਾਂ ਰੱਖੀਆਂ, ਸਭ ਕੁਝ ਰੱਖਿਆ, ਰਾਜ ਕੀਤਾ, ਫਿਰ ਵੀ ਨਿਰਲੇਪ ਰਹੇ ਉਹ ਰਾਜਾ ਜਨਕ ਜੀ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਾਜੇ ਜਨਕ ਵਾਂਗੂ ਸਮਝਾਉਣ ਦੀ ਇੱਕ ਗੱਲ ਹੈ, ਕਿਉਂਕਿ ਪਹਿਲਾਂ ਰਾਜਾ ਜਨਕ ਹੀ ਐਸਾ ਹੋਇਆ, ਬ੍ਰਹਮ ਗਿਆਨ ਦੇ ਹੁੰਦਿਆਂ ਹੋਇਆਂ ਵੀ ਜਿਹਨੇ ਰਾਜ ਕੀਤਾ, ਨਿਰਲੇਪ ਰਿਹਾ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਦੇ ਉੱਤੇ ਉਦਾਹਰਣ ਦਿੱਤੀ। ਗੁਰੂ ਨਾਨਕ ਦੇਵ ਜੀ ਗ੍ਰਸਤ ਮਾਰਗ ਵਿੱਚ ਰਹਿੰਦੇ ਜ਼ਰੂਰ ਨੇ, ਪਰ ਰਹਿੰਦੇ ਹਨ ਬਿਲਕੁਲ ਉਦਾਸ। ਪਾਵਕ ਵਿੱਚ ਵਿਭੂਤ ਛਪੈ ਤੇ ਰਾਖੀ ਛਪਾਏ ਕਲਾ ਗੁਣ ਖਾਨੀ। ਕਹਿੰਦੇ ਜਿਵੇਂ ਅੱਗ ਦੇ ਵਿੱਚ, ਭਾਵ ਕੀ ਹੈ, ਸਵਾਹ ਦੇ ਵਿੱਚ ਪੁਰਾਣੀਆਂ ਬੁੜੀਆਂ ਰਾਤ ਨੂੰ ਮਾਈਆਂ ਪਿੰਡਾਂ 'ਚ, ਮਾਚਸ ਨਹੀਂ ਸੀ ਹੁੰਦੀ ਬਹੁਤ ਪਿੰਡਾਂ 'ਚ, ਗਰੀਬੀ ਜੀ ਬਹੁਤ ਹੁੰਦੀ ਸੀ। ਸੋ ਅਸੀਂ ਵੀ ਦੇਖਦੇ ਰਹੇ ਪੁਰਾਣੀਆਂ, ਸਾਡੀ ਦਾਦੀ ਨਾਨੀ ਰਾਤ ਨੂੰ ਸਵਾਹ ਦੇ ਵਿੱਚ ਅੱਗ ਲੁਕੋ ਦੇਣੀ, ਉੱਤੋਂ ਢੱਕ ਦੇਣੀ ਚੰਗੀ ਤਰ੍ਹਾਂ। ਸਵੇਰੇ ਉੱਠ ਕੇ ਉਹਨੂੰ ਹੀ ਫੇਰ ਪਾਸੇ ਕਰਕੇ ਸਵਾਹ ਨੂੰ, ਉਹ ਗੋਹੇ ਜਿਹਨੂੰ ਵਿੱਚੋਂ ਫਰੋਲਣਾ, ਉਹਦੇ ਵਿੱਚੋਂ ਅੱਗ ਨਿਕਲ ਆਉਣੀ, ਫੇਰ ਬਾਲ ਲੈਣੀ, ਫੇਰ ਢੱਕ ਦੇਣੀ, ਫੇਰ ਬਾਲ ਲੈਣੀ। ਕਈਆਂ ਦੇ ਚੁੱਲ੍ਹੇ 20-20 ਸਾਲ ਅੱਗ ਨਹੀਂ ਸੀ ਬੁਝਦੀ ਹੁੰਦੀ। ਇੱਕ ਦਹੀਂ ਦਾ ਪੁਰਾਣਾ ਮਸ਼ਹੂਰ ਸੀ, ਬਾਬਾ ਜਰਨੈਲ ਸਿੰਘ ਜੀ ਖਾਲਸਾ ਕਹਿੰਦੇ ਮੇਰੀ ਦਾਦੀ ਜਿਹੜੀ ਸੀ ਨਾ, ਕਹਿੰਦੇ ਉਹਨੇ ਇੱਕੋ ਜਾਗ ਤੇ 25 ਸਾਲ ਦਹੀਂ ਜਮਾਇਆ। 25 ਸਾਲ ਉਸੇ ਨੂੰ ਲਗਾਤਾਰ, ਉਹ ਭਾਂਡੇ 'ਚੋਂ ਦੁੱਧ ਕੱਢਤਾ, ਫੇਰ ਦਹੀਂ ਕੱਢ ਲਿਆ, ਫੇਰ ਜਾਗ ਲਾਤਾ, ਫੇਰ ਕੱਢ ਲਿਆ, ਫੇਰ ਜਾਗ ਲਾਤਾ। ਕਹਿੰਦੇ ਐਂ ਚੱਲੀ ਜਾਂਦਾ ਹੁੰਦਾ ਸੀ। ਇਸੇ ਤਰ੍ਹਾਂ ਅੱਗ ਹੁੰਦੀ ਸੀ, ਅੱਗ ਸੰਭਾਲ ਕੇ ਰੱਖਣੀ, ਫੇਰ ਦੂਜੇ ਦਿਨ ਬਾਲ ਲੈਣੀ, ਫੇਰ ਸੰਭਾਲ ਦੇਣੀ, ਫੇਰ ਬਾਲ ਲੈਣੀ। ਇਸ ਤਰੀਕੇ ਨਾਲ ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਤਾਂ ਬਾਹਰਲੇ ਪਾਸਿਓਂ ਦੇਖਣ ਨੂੰ ਲੱਗਦੇ ਨੇ ਵੀ ਇਹ ਕੈਸੇ ਨੇ, ਪਰ ਅੰਦਰ ਜਿਨ੍ਹਾਂ ਨੇ ਆਪਣੇ ਆਪ ਨੂੰ ਛੁਪਾ ਕੇ ਅੱਗ ਦੀ ਤਰ੍ਹਾਂ ਰੱਖਿਆ ਹੋਇਆ ਹੈ। ਸੋਰਠਾ ਲਖਨਾ ਸਕਹਿ ਅਨਜਾਨ ਬਕਹਿ ਸੇ ਅਸਮਿਲ ਪਰਸ ਪਰ। ਜਿਹੜੇ ਬੰਦੇ ਅਣਜਾਣ ਹੁੰਦੇ ਨੇ ਉਹ ਬਕਦੇ ਰਹਿੰਦੇ ਨੇ, ਕਹਿੰਦੇ ਉਹ ਨਹੀਂ ਜਾਣ ਸਕਦੇ, ਉਹ ਇਸ ਤਰ੍ਹਾਂ ਕਹਿੰਦੇ ਹਨ। ਕਾਜ ਕਠਨ ਜਗ ਜਾਨ ਬਿਨ ਮਤ ਹੋਏ ਨ ਆਵਈ। ਲੋਕ ਮਖੌਲ ਕਰਦੇ, ਸੰਸਾਰੀ ਹੱਸਦੇ ਨੇ, ਲੈ ਇਹਨਾਂ ਨੂੰ ਕਿੱਥੇ ਕੰਮ ਕਰਨਾ ਆਉਣਾ, ਇਹ ਦੁਨੀਆ ਦੇ ਕੰਮ ਬੜੇ ਔਖੇ, ਪੈਸਾ ਕਮਾਉਣਾ ਕਿਤੇ ਸੌਖਾ। ਆ ਬਾਬੇ ਕਲਿਆਣ ਚੰਦ ਨੇ ਕਦੇ ਮੱਝਾਂ ਲੈਤੀਆਂ, ਕਦੇ ਆ 20 ਰੁਪਏ ਦੇਤੇ, ਆ ਕਦੇ ਹੋਰ ਕੁਛ ਕਰਤਾ, ਕਿਤੇ ਕੰਮ ਹੁੰਦਾ ਹੈ ਸੌਖਾ?
ਇਹਨਾਂ ਨੂੰ ਕੰਮ ਨਹੀਂ ਕਰਨਾ ਆਉਂਦਾ। ਸੰਸਾਰ ਦੇ ਲੋਕ ਕੁਝ ਐਸੀਆਂ ਗੱਲਾਂ ਕਰਦੇ। ਸਿਰ ਬੈਦੀ ਕੁਲ ਚੰਦ ਰਹਿਤ ਸਮਾਨ ਸੁਭਾਏ। ਪਰ ਮਹਾਰਾਜ ਕਹਿੰਦੇ ਮੈਨੂੰ ਕੀ ਕੋਈ ਕੁਝ ਬੋਲੀ ਜਾਵੇ ਜਦ ਇਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ। ਲੋਕਾਂ ਨੂੰ ਕਿਹੜਾ ਪਤਾ ਹੁੰਦਾ, ਕੱਖ ਦਾ ਨਹੀਂ ਪਤਾ। ਹੁਣ ਵੀ ਕਈਆਂ ਨੂੰ ਕੱਖ ਦਾ ਨਹੀਂ ਪਤਾ, ਬੋਲੀ ਬਹੁਤ ਜਾਂਦੇ ਨੇ। ਤਾਂ ਉਹਨਾਂ ਨੂੰ ਸਮਝਾ ਕਿਵੇਂ ਸਕਦੇ ਜਦ ਦਿਮਾਗ ਟੇਢਾ, ਮਨ ਟੇਢਾ, ਸੋਚਣੀ ਟੇਢੀ ਹੈ। ਕਿਹੜਾ ਕੋਈ ਇਹਨਾਂ 'ਚ ਬ੍ਰਹਮ ਗਿਆਨੀ ਹੈ? ਉਦਾਂ ਹੀ ਬੋਲੀ ਜਾਂਦੇ ਨੇ। ਪਰ ਫਿਰ ਆਪਾਂ ਕਹਿੰਦੇ ਆ ਧਰਮਰਾਜ ਜੀ ਵੀ ਤਾਂ ਉਡੀਕਦੇ ਹੋਣਗੇ ਵੀ ਮੇਰੇ ਨਰਕਾਂ 'ਚ ਵੀ ਕੋਈ ਆਵੇ। ਨਰਕਾਂ ਨੂੰ ਜਾਣ ਦੀ ਕਿ ਵਿਧੀ ਬਣਦੀ ਮਨਮੁਖਾਂ ਦੀ। ਸਚਾਈ ਸੱਤ ਆ ਕੇ ਪੁੱਛਦੇ ਨਹੀਂ ਵੀ ਆਹ ਸਚਾਈ ਕੀ ਹੈ। ਜੇ ਚਲੋ ਦੱਸ ਵੀ ਦਿਆਂਗੇ ਨਾ ਤਾਂ ਵੀ ਕਹਿਣਗੇ ਲੈ ਇਹਨੂੰ ਬੜਾ ਪਤਾ। ਕਿਸੇ ਨੂੰ ਜਾ ਕੇ ਪੁੱਛ ਲਓ, ਹਰ ਕੋਈ ਕਹਿੰਦਾ ਮੈਂ ਹੀ ਸਿਆਣਾ। ਪਰ ਨਹੀਂ, ਨਿਮਰਤਾ ਵਿੱਚ ਆ ਕੇ ਦੇਖੋ, ਸਿਆਣਾ ਤਾਂ ਬਸ ਸਾਡਾ ਸਤਿਗੁਰੂ ਹੀ ਹੈ, ਹੋਰ ਕੋਈ ਸਿਆਣਾ ਨਹੀਂ ਹੈ। ਕਮਲਨ ਸੇ ਮਤਮੰਦ ਕੈਸੇ ਸਕਹਿ ਪਛਾਨ ਸੋ। ਉਹ ਕਮਲ ਵਰਗੇ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤਾਂ ਬਹੁਤ ਅੱਛੇ ਨੇ। ਪਰ ਕਮਲ ਫੁੱਲ ਵਰਗੇ ਦੁਰਬੁੱਧੀ ਲੋਕ ਕਮਲ ਚੰਦ ਵੱਲੋਂ ਮੂੰਹ ਮੀਟ ਲੈਂਦਾ ਨਾ। ਇੱਥੇ ਹੁਣ ਕਮਲ ਦਾ ਪ੍ਰਮਾਣ ਹੀ ਉਲਟ ਕਰਤਾ। ਕਹਿੰਦੇ ਜਦੋਂ ਰਾਤ ਨੂੰ ਸਾਰਾ ਦਿਨ ਤਾਂ ਕਮਲ ਦਾ ਫੁੱਲ ਸੂਰਜ ਨੂੰ ਦੇਖ ਕੇ ਖਿੜਿਆ ਰਿਹਾ, ਇਹ ਤਾਂ ਪ੍ਰਮਾਣ ਮਹਾਰਾਜ ਤੇ ਲਾਇਆ। ਕਮਲ ਦੇ ਵਿੱਚ ਨੁਕਸ ਕੀ ਹੈ? ਜਦੋਂ ਸੂਰਜ ਛਿਪਦਾ, ਚੰਦਰਮਾ ਚੜ੍ਹਿਆ ਹੁੰਦਾ, ਕਮਲ ਦਾ ਫੁੱਲ ਬੰਦ ਹੋ ਜਾਂਦਾ। ਕਹਿੰਦੇ ਉਹ ਮੰਦ ਬੁੱਧੀ ਲੋਕਾਂ ਦੀ ਬੁੱਧੀ ਮੰਦ ਹੋ ਗਈ, ਬੰਦ ਹੋ ਗਈ। ਉਹ ਚੰਦਰਮਾ ਰੂਪ ਗੁਰੂ ਨਾਨਕ ਸਾਹਿਬ ਨੂੰ ਦੇਖ ਕੇ ਉਹਨਾਂ ਦੀ ਬੁੱਧੀ ਹੀ ਖਰਾਬ ਹੋ ਗਈ, ਭਾਵ ਬੰਦ ਹੀ ਹੋ ਗਈ, ਸੋਚਣਾ ਹੀ ਛੱਡ ਗਈ ਬੁੱਧੀ ਉਹਨਾਂ ਦੀ। ਧਰਮ ਤੁਰੀਨ ਅਗਾਧ ਅਸ ਬਿਦ ਸਮਾਂ ਬਿਤਾਵਈ। ਸੋ ਧਰਮ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਰਿਆਂ ਤੋਂ ਵੱਡੇ ਨੇ ਜੋ ਸਤਿਗੁਰੂ ਜੀ, ਅਗਾਧ ਬੋਧ ਸਤਿਗੁਰੂ, ਉਹ ਆਪਣਾ ਤਾਂ ਸਮਾਂ ਬਤੀਤ ਕਰ ਰਹੇ ਨੇ। ਉਹ ਤਾਂ ਇੱਕ ਸਮੇਂ ਨੂੰ ਉਡੀਕ ਰਹੇ ਨੇ ਕਿ ਕਦੋਂ ਉਹ ਸਮਾਂ ਆਵੇ। ਧਰਮ ਨੂੰ ਧਾਰਨ ਵਾਲੇ ਸਤਿਗੁਰੂ, ਦੂਜਿਆਂ ਨੂੰ ਧਰਮ ਵੰਡਣ ਵਾਲੇ ਸਤਿਗੁਰੂ। ਚਲ ਕਰ ਆਇਓ ਸਾਧ ਏਕ ਦਿਸ ਤਲਵੰਡ ਕਾ। ਇੱਕ ਦਿਨ ਦੀ ਗੱਲ ਹੈ ਕਿ ਤਲਵੰਡੀ ਨਗਰ ਵਿਖੇ ਇੱਕ ਸਾਧੂ ਸੰਤ ਚੱਲ ਕੇ ਆ ਗਿਆ। ਕਬਿਤਾ ਰੀਤ ਤਨ ਸੰਤ ਕੀ ਅਤੀਤ ਬੈਠੋ ਆਨ ਇੱਕ ਨਗਰ ਬਹਿਰ ਵਾਰ ਆਸਨ ਡਸਾਇ ਕੈ। ਸੰਤਾਂ ਦੀ ਰੀਤੀ ਹੈ ਸਰੀਰ ਦੇ ਉੱਤੇ ਅਤੀਤ ਬੈਠਾ ਬਾਹਰ ਬਰਾਗੀ ਹੋ ਕੇ ਨਗਰ ਦੇ ਬਾਹਰ ਚੰਗਾ। ਸੋ ਉਸ ਵਕਤ ਵਿਛਾ ਕਰਕੇ ਵਿਛਾਉਣਾ, ਉਹਦੇ ਉੱਤੇ ਸਾਧੂ ਜੋ ਬੈਠਾ ਹੈ ਆਸਣ ਨੂੰ ਲਾ ਕਰਕੇ। ਤਾਹੀ ਸਮੇਂ ਸਹਿਜ ਸੁਭਾਏ ਗਏ ਨਾਨਕ ਜੀ ਵੈਸੇ ਕਰ ਤਾਰ ਤਾ ਸੁਨਾਈ ਕੈ। ਸੁਭਾਵਕ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਚਲੇ ਗਏ ਵਿਚਰਦੇ ਹੋਏ। ਜਦੋਂ ਸੰਤਾਂ ਨੂੰ ਦੇਖਿਆ ਬੈਠੇ ਸਾਧੂ ਕੋਈ ਅਤੀਤ ਬੈਰਾਗੀ, ਮਹਾਰਾਜ ਨੇ ਕਿਹਾ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਜੀ ਕਹਿ ਕਰਕੇ ਕੋਲ ਬੈਠ ਗਏ ਉਹਦੇ। ਕੰਚਨ ਕੀ ਮੰਦਰ ਕਾ ਸੁਹਾਏ ਸ਼ੁਦਰ ਅੰਗੁਰੀ ਮੈਂ ਲੋਟਾ ਹਾਥ ਲੀਨੇ ਉਪਕਾਰੀ ਜੇ ਸੁਹਾਈ ਕੈ। ਹੁਣ ਉਦੋਂ ਪੁਰਾਣੇ ਰਿਵਾਜ ਮੁਤਾਬਕ ਮਹਾਰਾਜ ਦੇ ਵਿਆਹ ਸ਼ਾਦੀ ਹੋ ਕੇ ਹਟਿਆ ਬਈ, ਸੋਨੇ ਦੀ ਛਾਂਪ ਬੜੀ ਸੋਹਣੀ ਪਾਈ, ਹੱਥ ਦੇ ਵਿੱਚ ਸੋਨਾ ਤਾਂ ਰੱਖਣਾ ਨਹੀਂ ਸੀ ਨਾ ਕੋਲੇ, ਔਰ ਸੁਹਾਏ ਸ਼ੁਦਰ ਆਂਗਰੀ ਮੈਂ। ਇਸ ਤਰ੍ਹਾਂ ਛੋਟੀ ਉਂਗਲੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਛਾਂਪ ਪਾਈ ਹੋਈ ਆ, ਔਰ ਹੱਥ ਵਿੱਚ ਇੱਕ ਲੋਟਾ ਪਕੜਿਆ ਪਾਣੀ ਦਾ। ਬਾਹਰ ਉਹੀ ਸੁੱਤੇ ਸਿੱਧੀ ਚਲੇ ਗਏ। ਜਾਣੀ ਜਾਣ ਤਾਂ ਹੁੰਦਾ ਹੀ ਨਹੀਂ, ਉੱਥੇ ਸਾਧ ਬੈਠਾ ਬਾਹਰ, ਵਿਚਾਰਾ ਤਿਆਗੀ ਵਿਰਾਗੀ, ਚਲੋ ਉਹਦੀ ਮਦਦ ਕਰਕੇ ਆਈਏ। ਬੂਝਤ ਅਤੀਤ ਕੌਣ ਨਾਮ ਤੋ ਵਰਨ ਰੀਤ ਕਹੋ ਪ੍ਰਤੀਤ ਨਿਜ ਚੀਤ ਕੀ ਜਨਾਇ ਕੈ। ਇਸ ਤਰੀਕੇ ਨਾਲ ਪੁੱਛਣ ਲੱਗੇ ਅਤੀਤ ਕੌਣ ਨਾਮ ਕੀ ਹੈ, ਔਰ ਵਰਨ ਕਿਹੜਾ ਤੁਹਾਡਾ, ਵਰਨ ਜਾਤ ਗੋਤ ਪਾਂਤ ਸਭ, ਔਰ ਚੰਗੀ ਤਰ੍ਹਾਂ ਇਹ ਮੈਨੂੰ ਸਮਝਾ ਕਰਕੇ ਇਹ ਜਿਹੜੀ ਗੱਲ ਜਣਾ ਦਿਓ, ਪ੍ਰਤੀਤੀ ਕਰਾ ਦਿਓ ਮੇਰੀ। ਨਾਨਕ ਹੈ ਨਾਮ ਨਿਰੰਕਾਰੀ ਤਨ ਵੇਖ ਜਾਨ ਖੱਤਰੀ ਕੀ ਜਾਤ ਗੋਤ ਬੇਦੀ ਮਾਮ ਜਾਨੀਏ। ਮੈਨੂੰ ਪੁੱਛਦੇ ਹੋ, ਮੇਰਾ ਨਾਮ ਤੇ ਨਾਨਕ ਨਿਰੰਕਾਰੀ, ਨਿਰੰਕਾਰ ਨੂੰ ਮੰਨਣ ਵਾਲਾ ਮੇਰਾ ਨਾਮ ਘਰਦਿਆਂ ਰੱਖਿਆ, ਔਰ ਸਰੀਰ ਦਾ ਵੇਖ ਹੈ, ਖੱਤਰੀ ਦੀ ਜਾਤ ਹੈ, ਬੇਦੀਆਂ ਦੇ ਵਿੱਚ ਹਾਂ ਸੀ, ਇਉਂ ਜਾਨਣਾ ਕਰੋ। ਕਹਿ ਸੰਤ ਵਾਕ ਤੁਮ ਆਪ ਨਿਰੰਕਾਰੀ ਭਏ ਉਤਰ ਬਤਾਏ ਹਮ ਕੌਣ ਤੇ ਪ੍ਰਮਾਨੀਏ। ਉਹ ਸੰਤ ਅੱਗੇ ਚਰਚਾ ਸ਼ੁਰੂ ਕਰ ਲਈ ਹੈ, ਤੁਸੀਂ ਆਪ ਹੀ ਨਿਰੰਕਾਰ ਬਣ ਕੇ ਨਿਰੰਕਾਰੀ, ਉਤਰ ਬਤਾਏ ਹਮ, ਹੁਣ ਅਸੀਂ ਉੱਤਰ ਦੱਸਦੇ ਹਾਂ ਕੌਣ ਤੇ ਪ੍ਰਮਾਨੀਏ। ਇਹਦਾ ਪ੍ਰਮਾਣ, ਇਹਦਾ ਸਬੂਤ ਕੀ ਹੈ?
ਕਿ ਤੁਸੀਂ ਨਿਰੰਕਾਰੀ ਹੋ। रावर तो संत रूप मतो है अनूप शुभ भय निरंकार हूँ के भेद ना पछानिए। ਸੋ ਆਪ ਜੀ ਤਾਂ ਇਸ ਤਰੀਕੇ ਨਾਲ ਆਪ ਦਾ ਜਿਹੜਾ ਸੰਤ ਰੂਪ ਹੈ, ਮਤਾ ਵੀ ਅਨੂਪ ਹੈ, ਸੋਹਣਾ ਹੈ, ਤੇ ਨਿਰੰਕਾਰ ਦੇ ਭੇਦ ਨੂੰ ਕਿਵੇਂ ਪਛਾਣੀਏ। ऐसे कहे वाक लीनी करते उतार शाप लोटे के समेत ताहे दीनी सुख दानिए। ਮਹਾਰਾਜ ਨੂੰ ਕਹਿਣ ਲੱਗਿਆ ਤੁਸੀਂ ਦੱਸੋ ਕਿਵੇਂ ਨਿਰੰਕਾਰ। ਕਹਿੰਦੇ ਅੱਛਾ। ਇਉਂ ਜਦੋਂ ਵਾਕ ਕਹੇ, ਮਹਾਰਾਜ ਨੇ ਛਾਂਪ ਲਾਈ ਹੱਥ ਚੋਂ, ਉਹ ਲੋਟਾ ਫੜਿਆ ਹੋਇਆ ਸੀ। ਦੋਨੋਂ ਚੀਜ਼ਾਂ ਆ ਲਓ ਸੰਤ ਜੀ, ਦੋਨੋਂ ਹੀ ਤੁਸੀਂ ਲੈ ਲਓ ਜੀ। कहे पुन संत हमें पहुंची सो लेहो अब नहीं मोह काम निज धाम में सदाइए। ਉਦੋਂ ਸੰਤ ਕਹਿੰਦੇ ਪਹੁੰਚ ਗਿਆ, ਬਸ ਸਾਨੂੰ ਆ ਗਿਆ, ਤੁਸੀਂ ਉਹ ਰੱਖੋ ਆਪਣੇ ਕੋਲੇ, ਤੋ ਸਾਨੂੰ ਚੀਜ਼ਾਂ ਦਾ ਮੋਹ ਨਹੀਂ ਹੈ, ਅਸੀਂ ਨਹੀਂ ਲੈ ਕੇ ਜਾਣਾ ਕੁਝ, ਤੁਸੀਂ ਆਪਣੇ ਘਰ ਲੈ ਜਾਓ। एक बार दे कर ताहे कोस लेहे हम देत कर लेत जान धर्म लजाइए। ਸੋ ਇੱਕ ਵਾਰ ਜੇ ਦੇ ਦਈਏ ਫਿਰ ਲੈਂਦੇ ਨਹੀਂ ਵਾਪਸ। ਦੇਤ ਕਰ ਲੇਤ ਜਾਉਨ ਧਰਮ ਲਜਾਈਏ। ਕਹਿੰਦੇ ਜਦੋਂ ਇੱਕ ਵਾਰ ਚੀਜ਼ ਦੇ ਦਈਏ ਫਿਰ ਵਾਪਸ ਲੈ ਲਈਏ, ਧਰਮੀ ਬੰਦਾ ਸ਼ਰਮਸਾਰ ਹੁੰਦਾ। ਅਸੀਂ ਇੱਕ ਵਾਰ ਦੇਤੀ ਸੋ ਦੇ ਦਿੱਤੀ। होए कह प्रसन्न सत कह संत कहत प्रसन्न बेख लेत कर तार सुध ऐसे जान पाइए। ਪ੍ਰਸੰਨ ਹੋ ਕੇ ਸੰਤ ਕਹਿਣ ਲੱਗੇ, ਪ੍ਰਛੰਨ ਵੇਖ ਛੱਛੇ ਨਾਲ, ਕਹਿੰਦੇ ਗੁਪਤ ਰੂਪ ਵਿੱਚ ਲੇਤ ਕਰਤਾਰ ਸੁਧ ਐਸੇ ਜਾਣ ਪਾਈਏ, ਕਿ ਖਬਰ ਲੈਂਦਾ ਕਰਤਾਰ ਆਪਣੇ ਪਿਆਰਿਆਂ ਦੀ ਇਉਂ ਜਾਣ ਪਾਈਦਾ। ਪਰਖ ਲਈ ਸੀ ਮਹਾਰਾਜ ਦੀ, ਸਤਿਗੁਰੂ ਸੱਚੇ ਪਾਤਸ਼ਾਹ ਨੇ ਜੇ ਪਰਖ ਦਿਖਾਈ, ਪਹਿਲਾਂ ਤਾਂ ਮਹਾਰਾਜ ਨੇ ਉਹਨੂੰ ਦੇ ਕੇ ਪਰਖਿਆ, ਲੈ ਵੀ ਸੋਨਾ ਤੇ ਲੋਟਾ। ਫਿਰ ਉਹਨੇ ਪਰਖਿਆ ਮਹਾਰਾਜ ਨੂੰ, ਕਹਿੰਦੇ ਨਹੀਂ ਲੈ ਲਓ, ਘਰ ਵਾਪਸ ਲੈ ਜਾਓ। ਉਹ ਵੀ ਦੇਖਦਾ ਸੀ ਉਹ ਦਿਲੋਂ ਦਿੰਦੇ ਕਿ ਉੱਤੋਂ ਦਿੰਦੇ ਕਿ ਅੰਦਰੋਂ ਦਿੰਦੇ ਆ। ਮਹਾਰਾਜ ਕਹਿੰਦੇ ਨਾ, ਜਦ ਧਰਮੀ ਬੰਦਾ ਕੀ ਹੁੰਦਾ, ਜਦੋਂ ਇੱਕ ਵਾਰ ਦਾਨ ਕਰਤੀ ਚੀਜ਼ ਘਰ ਨਹੀਂ ਲਿਜਾਈਦੀ, ਆ ਫੜੋ ਆਪਣੀ ਚੀਜ਼ ਲੈ ਕੇ ਜਾਓ। ਸੰਤ ਹੱਸ ਕੇ ਕਹਿਣ ਲੱਗੇ, ਬਿਲਕੁਲ ਠੀਕ ਹੋ ਤੁਸੀਂ, ਗੁਪਤ ਰੂਪ ਵਿੱਚ ਕਰਤਾਰ ਹੀ ਵਰਤ ਰਹੇ ਹੋ। संत तब चलियो गयो नानक सदन आयो सुंदर बदन निज सिख सुख दाइए। ਸੋਹਣੇ ਬਦਨ ਵਾਲੇ ਗੁਰੂ ਨਾਨਕ ਦੇਵ ਜੀ ਸਿੱਖਾਂ ਨੂੰ ਸੁਖ ਦੇਣ ਵਾਲੇ ਘਰ ਆ ਗਏ, ਔਰ ਸੰਤ ਜੀ ਚਲੇ ਗਏ ਵਾਪਸ। ਪਰ ਘਰ ਦੀ ਚੀਜ਼ ਤਾਂ ਗਵਾਚ ਗਈ ਨਾ, ਮੁੰਦਰੀ ਦੇ ਆਂਦੀ, ਲੋਟਾ ਦੇ ਆਂਦਾ। ਇਹ ਕੀ ਆ? ਇਹ ਕਾਰਨ ਹੈ। ਹੁਣ ਬਾਬਾ ਕਲਿਆਣ ਚੰਦ ਨੂੰ ਗੁੱਸਾ ਚੜਾ ਕੇ ਉਹ ਕਹਿੰਦਾ ਭੇਜੋ ਇਹਨਾਂ ਨੂੰ ਉੱਥੇ, ਮੇਰਾ ਕੰਮ ਖਰਾਬ ਕਰਦੇ ਆ। ਸੁਲਤਾਨਪੁਰ ਸਾਹਿਬ ਜਾਣ ਦਾ ਕਾਰਨ ਆਪੇ ਬਣਾ ਰਹੇ ਨੇ ਮਹਾਰਾਜ। ਸੋ ਐਸਾ ਪ੍ਰਸੰਗ, ਟਾਈਮ ਤਾਂ ਆਪਣਾ ਦੇਖੋ ਕਿੰਨਾ ਹੋ ਗਿਆ, 15 ਮਿੰਟ ਉੱਤੇ ਚਲੇ ਗਏ ਨੇ। ਢਾਡੀ ਸਿੰਘ ਨਹੀਂ ਆਏ ਅੱਜ, ਇਸ ਕਰਕੇ ਕੀਰਤਨ ਹੋਵੇਗਾ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਕੱਲ ਨੂੰ ਸ਼੍ਰਵਣ ਕਰਾਂਗੇ ਕਿੱਦਾਂ ਫਿਰ ਰੌਲਾ ਪੈਂਦਾ ਇਸ ਗੱਲ ਦਾ, ਔਰ ਮਹਾਰਾਜ ਦੇ ਸੁਲਤਾਨਪੁਰ ਸਾਹਿਬ ਜਾਣ ਦਾ ਢੰਗ ਤਰੀਕਾ ਬਣਦਾ। ਧੰਨ ਗੁਰੂ ਨਾਨਕ ਦੇਵ ਜੀ, ਅਸੀਂ ਤਾਂ ਆਪ ਕਹਿੰਦੇ ਚਲੋ ਚੱਲੀਏ ਸੁਲਤਾਨਪੁਰ ਸਾਹਿਬ। ਇਹ ਰੌਲੇ ਝਗੜੇ ਸਾਤੋਂ ਵੀ ਨਹੀਂ ਦੇਖੇ ਜਾਂਦੇ ਤੁਹਾਡੇ ਨਾਲ, ਸਾਡਾ ਸਿੱਖਾਂ ਦਾ ਮਨ ਵੀ ਦੁਖੀ ਹੁੰਦਾ। ਤੁਸੀਂ ਵੀ ਉੱਥੇ ਚਲੋ ਜੀ, ਜਿੱਥੇ ਆਪਾਂ ਬਹਿ ਕੇ ਭਗਤੀ ਕਰੀਏ, ਕੀਰਤਨ ਕਰੀਏ, ਉਪਦੇਸ਼ ਕਰੀਏ। ਚਲੋ ਸੁਲਤਾਨਪੁਰ ਸਾਹਿਬ ਦੇ ਦਰਸ਼ਨ ਕਰੀਏ ਜੀ, ਇਉਂ ਸਤਿਗੁਰੂ ਮਹਾਰਾਜ ਨੇ ਆਪਣੇ ਤੇ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਵਾਹਿਗੁਰੂ।